ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਪੰਜਾਬ ਦੇ ਵਿੱਚ 40 ਵੱਖ-ਵੱਖ ਥਾਵਾਂ ਤੇ ਐਫਸੀਆਈ ਦੇ ਗੋਦਾਮਾਂ ਵਿੱਚ ਸੀਬੀਆਈ ਦੇ ਵੱਲੋਂ ਰੇਡ। ਖੰਨਾ ਤੇ ਜਗਰਾਉਂ ਦੇ ਵਿੱਚ ਵੀ ਕੀਤੀ ਗਈ ਛਾਪੇਮਾਰੀ। ਰਾਈਸ ਮਿਲਸ ਦੇ ਵੱਲੋਂ ਲਗਾਏ ਗਏ ਚਾਵਲਾਂ ਦੇ ਲਏ ਗਏ ਸੈਂਪਲ। ਪੈਰਾਮਿਲਟਰੀ ਫੋਰਸ ਸਮੇਤ ਕੀਤੀ ਗਈ ਕਾਰਵਾਈ। ਨਗਰ ਕੌਂਸਲ ਚੋਣਾਂ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀ। ਰਾਏਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਖਿੱਚੀ ਤਿਆਰੀ। ਨਗਰ ਨਿਗਮ ਚੋਣਾਂ ਦੇ ਲਈ ਉਮੀਦਵਾਰਾਂ ਦਾ ਐਲਾਨ। ਕੇਂਦਰੀ ਬਜਟ ਤੋਂ ਕੀ ਨੇ ਸਾਈਕਲ ਉਦਯੋਗ ਨੂੰ ਉਮੀਦਾਂ। ਲੁਧਿਆਣਾ ਯੂਨਾਈਟਿਡ ਸਾਈਕਲ ਐਸੋਸੀਏਸ਼ਨ ਨੇ ਦੱਸੀਆਂ ਮੁਸ਼ਕਲਾਂ। ਐਸੋਸੀਏਸ਼ਨ ਪ੍ਰਧਾਨ ਡੀਐਸ ਚਾਵਲਾ ਦੇ ਨਾਲ ਖਾਸ ਗੱਲਬਾਤ। ਗਣਤੰਤਰ ਦਿਵਸ ਨੂੰ ਸਮਰਪਿਤ ਸਰਕਾਰੀ ਸਕੂਲ ਵਿੱਚ ਕਰਵਾਇਆ ਸਮਾਗਮ। ਬੱਚਿਆਂ ਨੂੰ ਵੰਡੇ ਗਏ ਗਰਮ ਕੱਪੜੇ। ਵਿਧਾਇਕ ਰਾਕੇਸ਼ ਪਾਂਡੇ ਸਮਾਗਮ ਵਿੱਚ ਹੋਏ ਸ਼ਾਮਿਲ। ਬੱਚਿਆਂ ਨੇ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੀਬੀਆਈ ਦੀ ਛਾਪੇਮਾਰੀ ਦੀ। ਪੰਜਾਬ ਦੇ ਵਿੱਚ 40 ਵੱਖ-ਵੱਖ ਥਾਵਾਂ ਤੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਜਗਰਾਉਂ ਦੇ ਐਫਸੀਆਈ ਗੋਦਾਮਾਂ ਦੇ ਵਿੱਚ ਵੀ ਸੀਬੀਆਈ ਦੀ ਟੀਮ ਪਹੁੰਚੀ ਅਤੇ ਛਾਪੇਮਾਰੀ ਕੀਤੀ ਗਈ। ਇੱਥੋਂ ਦੇ ਰਾਈਸ ਮਿਲਸ ਦੇ ਵੱਲੋਂ ਲਗਾਏ ਗਏ ਚਾਵਲਾਂ ਦੇ ਸੈਂਪਲ ਭਰੇ ਗਏ। ਇਹ ਸਾਰੀ ਕਾਰਵਾਈ ਪੈਰਾਮਿਲਟਰੀ ਫੋਰਸ ਸਮੇਤ ਕੀਤੀ ਗਈ ਹੈ। ਜਗਰਾਉਂ ਦੇ ਐਫਸੀਆਈ ਗੋਦਾਮਾਂ ਦੇ ਵਿੱਚ ਦਿੱਲੀ ਤੋਂ ਆਈ ਸੀਬੀਆਈ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ। ਇਹ ਰੇਡ ਐਫਸੀਆਈ ਗੋਦਾਮਾਂ ਦੇ ਨਾਲ ਜਿੱਥੇ ਐਫਸੀਆਈ ਦਾ ਮਾਲ ਲੱਗਦਾ ਹੈ ਵੇਅਰ ਹਾਊਸ ਦੇ ਗੋਦਾਮਾਂ ਦੇ ਵਿੱਚ ਵੀ ਕੀਤੀ ਗਈ ਹੈ। ਔਰ ਅੱਜ ਸਵੇਰ ਤੋਂ ਹੀ ਲਗਾਤਾਰ ਇਹ ਰੇਡ ਜਾਰੀ ਹੈ। ਐਫਸੀਆਈ ਗੋਦਾਮਾਂ ਤੋਂ ਬਾਅਦ ਹੁਣ ਵੇਅਰ ਹਾਊਸ ਦੇ ਗੋਦਾਮਾਂ ਦੇ ਵਿੱਚ ਇਹ ਟੀਮ ਬੈਠੀ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੇਅਰ ਹਾਊਸ ਦੇ ਗੇਟ ਬੰਦ ਕੀਤੇ ਹੋਏ ਨੇ ਔਰ ਸਵੇਰੇ 7 ਵਜੇ ਤੋਂ ਇਹ ਰੇਡ ਲਗਾਤਾਰ ਜਾਰੀ ਹੈ। ਗੋਦਾਮਾਂ ਦੇ ਅੰਦਰ ਪਏ ਚਾਵਲਾਂ ਦੀ ਕੁਆਲਿਟੀ ਦੇ ਸੈਂਪਲ ਪੂਰੇ ਲਏ ਜਾ ਰਹੇ ਹਨ। ਔਰ ਇਹ ਜਿਹੜੇ ਚਾਵਲ ਨੇ ਇਹ ਸੁਣਨ ਵਿੱਚ ਆ ਰਿਹਾ ਹੈ ਕਿ ਯੂਪੀ ਤੋਂ ਆਏ ਹੋਏ ਚਾਵਲਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ, ਕਿਉਂਕਿ ਯੂਪੀ ਤੋਂ ਆਏ ਜਿਹੜੇ ਚਾਵਲ ਨੇ ਉਹ ਸਸਤੇ ਹੁੰਦੇ ਨੇ ਤੇ ਪੰਜਾਬ ਦੀ ਕੁਆਲਿਟੀ ਦੇ ਨਾਲ ਮੇਲ ਨਹੀਂ ਖਾਂਦੇ। ਔਰ ਇਸ ਕਰਕੇ ਸੀਬੀਆਈ ਦੀ ਰੇਡ ਪੂਰੇ ਉਹ ਚਾਵਲਾਂ ਦੀ ਸੈਂਪਲਿੰਗ ਕਰ ਰਹੀ ਹੈ ਕਿ ਇਹ ਚਾਵਲ ਵਾਕਿਆ ਲੋਕਾਂ ਦੇ ਖਾਣ ਦੇ ਲਾਇਕ ਹਨ ਜਾਂ ਨਹੀਂ। ਇਸ ਲਈ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਅੰਦਰ ਗੋਦਾਮਾਂ ਦੇ ਅੰਦਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਹੈ। ਪੂਰੀ ਤਰ੍ਹਾਂ ਇਹ ਰੇਡ ਚੱਲ ਰਹੀ ਹੈ ਔਰ ਸ਼ੈਲਰ ਮਾਲਕਾਂ ਨੂੰ ਵੀ ਪੂਰੀ ਤਰ੍ਹਾਂ ਹੱਥਾਂ ਪੈਰਾਂ ਦੀ ਪਈ ਹੋਈ ਹੈ। ਔਰ ਹੁਣ ਦੇਖਣਾ ਹੋਵੇਗਾ ਕਿ ਇਹ ਰੇਡ ਤੋਂ ਬਾਅਦ ਸੈਂਪਲਾਂ ਦੇ ਕੀ ਰਿਜ਼ਲਟ ਆਉਂਦੇ ਨੇ, ਕਿਸ ਤਰ੍ਹਾਂ ਦੀ ਗਾਜ਼ ਕੋਈ ਗੋਦਾਮਾਂ ਤੇ ਜਾਂ ਐਫਸੀਆਈ ਤੇ ਡਿੱਗਦੀ ਹੈ ਜਾਂ ਨਹੀਂ, ਜਾਂ ਇਹ ਮਾਮਲੇ ਨੂੰ ਇੱਥੇ ਹੀ ਦਬਾ ਦਿੱਤਾ ਜਾਂਦਾ ਹੈ। ਉੱਥੇ ਦੂਜੇ ਪਾਸੇ ਸੀਬੀਆਈ ਦੇ ਵੱਲੋਂ ਖੰਨਾ ਦੇ ਐਫਸੀਆਈ ਗੋਦਾਮਾਂ ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇੱਥੇ ਵੀ ਅਧਿਕਾਰੀਆਂ ਦੇ ਵੱਲੋਂ ਪੈਰਾਮਿਲਟਰੀ ਫੋਰਸ ਦੇ ਸਾਏ ਹੇਠ ਕਾਰਵਾਈ ਕੀਤੀ ਗਈ। ਮੌਕੇ ਤੇ ਮੌਜੂਦ ਅਧਿਕਾਰੀ ਨੇ ਕਿਸੇ ਵੀ ਕਿਸਮ ਦੀ ਜਾਣਕਾਰੀ ਦੇਣ ਤੋਂ ਸਾਫ਼ ਮਨਾ ਕੀਤਾ। खन्ना में 4 गोडाउंस हैं। वैसे सीबीआई की टीम्स और कहीं पे भी गई हुई है। यहाँ पे 4 गोडाउंस हैं। ये किसी जांच के संबंध में है या नहीं, ये तो अब आपको सीबीआई चंडीगढ़ से जो हमारा या हेड ऑफिस है वहाँ से आपको पता लगेगा। ज़्यादा चीज़ कुछ बताने के लिए मैं ऑथोराइज नहीं हूँ। इतना ही बता सकता हूँ कि यहाँ पे ये वेरिफिकेशन स्टॉक की चल रही है। जो चीज़ें वेरीफाई करनी वो मैंने आपको बता दी। बाकी मैंने चंडीगढ़ का नंबर लिखवाया है, आप वहाँ से पता कर लीजिए। हमारे डीआई साहब बैठते हैं, वो अथोराइज हैं बताने के लिए। कितने बजे तक वैसे चलेगी? बस कंप्लीट हो गया लगभग। अच्छा, पूरे खन्ने में ही है? हाँ, पूरा करने का है। ठीक है, थैंक यू। 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਰਾਏਕੋਟ ਦੇ ਵਿੱਚ ਇਸ ਦੌਰਾਨ ਪਾਰਟੀ ਦੇ ਵੱਲੋਂ ਪਹਿਲੀ ਲਿਸਟ ਜਾਰੀ ਕੀਤੀ ਗਈ, ਜਿਸ ਦੇ ਵਿੱਚ 6 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹਾ ਲੁਧਿਆਣਾ ਦੇ ਹਾਤੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਅਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਵਿੱਚ ਨਗਰ ਕੌਂਸਲ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੇਗੀ। ਇਸ ਦੇ ਤਹਿਤ ਪਾਰਟੀ ਦੇ ਅੱਜ 6 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ, ਜਦਕਿ ਬਾਕੀ ਉਮੀਦਵਾਰਾਂ ਦੀ ਲਿਸਟ ਆਉਂਦੇ 2 ਦਿਨਾਂ ਤੱਕ ਜਾਰੀ ਕੀਤੀ ਜਾਵੇਗੀ। ਉਹਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਪੰਜਾਬ ਦੇ ਅੰਦਰ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਜਿਹੜੇ ਖੜੇ ਕੀਤੇ ਜਾ ਰਹੇ ਆ
2-3 ਦਿਨ ਪਹਿਲਾਂ ਵੀ ਇੱਥੇ ਕਈ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ। ਸਾਡੇ ਜਿਹੜੇ ਅਬਜ਼ਰਵਰ ਆ ਸਰਦਾਰ ਬਲਦੇਵ ਸਿੰਘ ਮਾਨ, ਉਹ ਵੀ ਪਰਸੋਂ ਮੀਟਿੰਗ ਕਰਕੇ ਗਏ ਆ। ਸੋ ਜੋ ਸਮੁੱਚੀ ਪਾਰਟੀ ਦਾ ਖਾਸ ਤੌਰ ਤੇ ਜਿਹੜੇ ਰਾਏਕੋਟ ਹਲਕੇ ਨਾਲ ਸੰਬੰਧਿਤ ਆ, ਸਾਰੀ ਪਾਰਟੀ ਦੀ ਸਹਿਮਤੀ ਨਾਲ ਇੱਥੇ ਜੋ ਫੈਸਲਾ ਕੀਤਾ ਗਿਆ, ਉਹਦੇ ਵਿੱਚੋਂ ਪਹਿਲੀ ਲਿਸਟ ਅੱਜ 6 ਉਮੀਦਵਾਰਾਂ ਦੀ ਜਿਹੜੀ ਜਾਰੀ ਕੀਤੀ ਜਾ ਰਹੀ ਆ। ਉਹ ਲਿਸਟ ਇਸ ਤਰ੍ਹਾਂ ਵਾ ਕਿ 9 ਨੰਬਰ ਵਾਰਡ ਤੋਂ ਸੁਖਵਿੰਦਰ ਕੌਰ ਜੀ, 7 ਨੰਬਰ ਵਾਰਡ ਤੋਂ ਕਸ਼ਮੀਰ ਕੌਰ ਜੀ, 6 ਨੰਬਰ ਤੋਂ ਜੱਗਾ ਰਾਮ ਜੀ, 12 ਤੋਂ ਅਜੇ ਗਿੱਲ ਜੀ, 13 ਤੋਂ ਹਰਜਿੰਦਰ ਕੌਰ ਜੀ, 8 ਤੋਂ ਮੇਜਰ ਸਿੰਘ ਜੀ। ਸੋ ਇਹ ਪਹਿਲੀ ਲਿਸਟ ਜਿਹੜੀ ਆ ਇਹ ਜਾਰੀ ਕੀਤੀ ਜਾ ਰਹੀ ਆ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਰਾਏਕੋਟ ਵਿਖੇ ਜਿਹੜੀਆਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ, ਉਸ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅਤੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦੁਆਰਾ ਦਿੱਤੇ ਨਿਰਦੇਸ਼ਾਂ ਸਦਕਾ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਡੇ ਪ੍ਰਧਾਨ ਸਤਿਕਾਰਯੋਗ ਗੁਰਚਰਨ ਸਿੰਘ ਜੀ ਗਰੇਵਾਲ ਜੀ ਦੀ ਹਾਜ਼ਰੀ ਵਿੱਚ ਔਰ ਅੱਜ ਤੋਂ 3-4 ਦਿਨ ਪਹਿਲਾਂ ਜਿਹੜੇ ਕੈਂਡੀਡੇਟਾਂ ਦਾ ਫੈਸਲਾ ਕੀਤਾ ਗਿਆ ਸੀ, ਸਾਡੇ ਅਬਜ਼ਰਵਰ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਮਾਨ ਜੀ ਨੇ ਕੱਲੇ ਵਰਕਰਾਂ ਦੀ ਵਿਚਾਰ ਲੈ ਕੇ ਇਹ ਜਿਹੜੇ ਅੱਜ ਕੈਂਡੀਡੇਟ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ, 6 ਕੈਂਡੀਡੇਟ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਾਉਂਸ ਕੀਤੇ ਗਏ ਨੇ। ਉਧਰ ਜਗਰਾਉਂ ਦੇ ਪਿੰਡ ਆਲੀਵਾਲ ਦੇ ਵਿੱਚ 1846 ਸਿੱਖ ਐਂਗਲੋ ਵਾਰ ਦੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਖਾਸ ਤੌਰ ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਦੇ ਵਿੱਚ ਦਾਖਾਂ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸ਼ਹੀਦੀ ਸਮਾਰਕ ਤੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਸ਼ਹੀਦ ਸਿੱਖਾਂ ਦੇ ਵੰਸ਼ਜ ਲੈਫਟੀਨੈਂਟ TS ਸ਼ੇਰਗਿੱਲ ਵੀ ਮੌਜੂਦ ਰਹੇ। ਅੱਜ ਉਚੇਚੇ ਤੌਰ ਤੇ ਜੋ ਲੈਫਟੀਨੈਂਟ ਜਨਰਲ TS ਸ਼ੇਰਗਿੱਲ ਜੀ ਜਿਹੜੇ ਮੁੱਖ ਮੰਤਰੀ ਦੇ ਸਲਾਹਕਾਰ ਨੇ, ਜਿਹੜੇ ਉਸ ਸਮੇਂ ਦੇ ਜਿਹੜੇ ਸਾਡੇ ਸਿੱਖ ਜਰਨੈਲ ਸੀਗੇ ਸਰਜੋਤ ਸਿੰਘ ਮੀਠੀਆ, ਉਹਨਾਂ ਦੇ ਵੰਸ਼ ਦੇ ਵਿੱਚੋਂ, ਉਹਨਾਂ ਦੇ ਕੁਲ ਦੇ ਵਿੱਚੋਂ ਨੇ ਉਚੇਚੇ ਤੌਰ ਤੇ ਅੱਜ ਪਹੁੰਚੇ ਨੇ। ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ, ਉਹਨਾਂ ਦੇ ਨਾਲ ਸਮਾਜਿਕ ਸ਼ਖਸੀਅਤਾਂ ਆਈਆਂ ਨੇ। ਮੈਂ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਵੀ ਕਰਦਾ, ਸਵਾਗਤ ਵੀ ਕਰਦਾ, ਕਿਉਂਕਿ ਪਹਿਲਾਂ ਵੀ ਇੱਥੇ ਆਏ ਨੇ ਅਤੇ ਬਹੁਤ ਸਾਰਾ ਸਹਿਯੋਗ, ਬਹੁਤ ਸਾਰੀਆਂ ਤਸਵੀਰਾਂ ਪਿਛੋਕੜ ਨਾਲ ਜੁੜੇ, ਬਹੁਤ ਸਾਰੇ ਦਸਤਾਵੇਜ਼ ਨੇ ਜਿਹੜੇ ਇਸ ਜੰਗ ਨਾਲ ਜੁੜੇ, ਉਹਨਾਂ ਨੇ ਸਾਡੀ ਲਾਇਬ੍ਰੇਰੀ ਨੂੰ ਪ੍ਰਦਾਨ ਕੀਤੇ। ਅਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਸ ਟਰੱਸਟ ਨਾਲ ਜੁੜ ਕੇ ਸਾਨੂੰ ਜਿਹੜਾ ਇਹ ਸਹਿਯੋਗ ਆਉਣ ਵਾਲੇ ਸਮੇਂ ਦਿੰਦੇ ਰਹਿਣਗੇ। ਪੈਸੇ ਦੇ ਰੂਪ ਦੇ ਵਿੱਚ ਆਪਣੇ ਹੋਰ ਜਿਹੜਾ ਕੰਮਕਾਰ ਸੀਗਾ ਉਹ ਵੀ ਬਹੁਤ ਕਰਾਇਆ। ਤਕਰੀਬਨ 7 ਸਾਲ ਤੋਂ ਅਸੀਂ 2013 ਤੋਂ ਲੈ ਕੇ ਦਿਨ ਮਨਾਉਂਦੇ ਹੁੰਦੇ ਹਾਂ। ਹਰੇਕ ਸਾਲ ਸਾਨੂੰ ਸਾਰੇ ਪਿੰਡ ਦਾ ਬਹੁਤ ਸਹਿਯੋਗ ਮਿਲਦਾ, ਸਾਰੇ ਇਲਾਕੇ ਦਾ ਬਹੁਤ ਸਹਿਯੋਗ। ਤੇ ਨੌਜਵਾਨ ਪੀੜ੍ਹੀ ਕਿੰਨੀ ਕੁ ਸੇਧ ਪ੍ਰਾਪਤ ਕਰ ਰਹੀ ਹੈ? ਆਉਂਦੇ ਆ ਸਮੇਂ ਹਾਂਜੀ, ਹੁਣ ਬਹੁਤ ਜ਼ਿਆਦਾ ਆਉਂਦੇ ਆ। ਇੰਗਲੈਂਡ ਤੋਂ, ਅਮਰੀਕਾ ਤੋਂ ਵੀ ਲੋਕ ਆ ਕੇ ਦੇਖ ਕੇ ਆ, ਇੰਗਲੈਂਡ ਤੋਂ ਵੀ ਆਏ ਆ, ਕੈਨੇਡਾ ਤੋਂ ਵੀ ਆਏ ਆ, ਕਈ ਦੇਸ਼ਾਂ ਤੋਂ ਆ ਕੇ ਆਪਣੇ ਆਪ ਨੈੱਟ ਤੋਂ ਲੱਭ ਕੇ ਸਾਨੂੰ ਫੋਨ ਕਰਕੇ ਆਉਂਦੇ ਆ ਅਤੇ ਦੇਖਦੇ ਆ, ਫੋਟੋ ਖਿੱਚ ਕੇ ਲਿਆਉਂਦੇ ਆ। ਸਾਡੀ ਇਹ ਯਾਦਗਾਰ ਦੀ ਇੰਗਲੈਂਡ ਦੇ ਵਿੱਚ ਮਿਊਜ਼ੀਅਮ, ਉੱਥੇ ਫੋਟੋ ਵੀ ਲੱਗੀ ਹੋਈ ਆ, ਉਹ ਮੈਨੂੰ ਬਾਈ ਜੀ ਨੇ ਫੋਟੋ ਖਿੱਚ ਕੇ ਭੇਜੀ ਸੀ। ਭਾਰਤ ਸਰਕਾਰ ਦੇ ਵੱਲੋਂ 1 ਫਰਵਰੀ ਨੂੰ 2021 ਦਾ ਬਜਟ ਪੇਸ਼ ਕੀਤਾ ਜਾਵੇਗਾ ਅਤੇ ਲੁਧਿਆਣਾ ਦੇ ਵਿੱਚ ਸਾਈਕਲ ਉਦਯੋਗ ਵੱਡਾ ਉਦਯੋਗ ਮੰਨਿਆ ਜਾਂਦਾ ਹੈ ਅਤੇ ਇਸ ਸਾਈਕਲ ਉਦਯੋਗ ਨੂੰ ਆਉਣ ਵਾਲੇ ਬਜਟ ਤੋਂ ਕੀ ਨੇ ਉਮੀਦਾਂ? ਲੁਧਿਆਣਾ ਯੂਨਾਈਟਿਡ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ DS ਚਾਵਲਾ ਦੇ ਨਾਲ ਸਾਡੇ ਸਹਿਯੋਗੀ ਨੇ ਖਾਸ ਗੱਲਬਾਤ ਕੀਤੀ ਹੈ। ਕੇਂਦਰੀ ਬਜਟ 2021 ਨੂੰ ਲੈ ਕੇ ਲੁਧਿਆਣਾ ਇੰਡਸਟਰੀ ਨੂੰ ਕੀ ਉਮੀਦਾਂ ਨੇ? ਸੋ ਆਪਾਂ ਗੱਲਬਾਤ ਕਰਾਂਗੇ ਲੁਧਿਆਣਾ ਯੂਨਾਈਟਿਡ ਸਾਈਕਲ ਪਾਰਟ ਦੇ ਜੇ DS ਚਾਵਲਾ ਜੀ ਨਾਲ। ਪ੍ਰਧਾਨ ਜੀ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਉਮੀਦ ਹੈ ਜੀ ਜਿਹੜਾ ਬਜਟ ਆ ਰਿਹਾ? ਦੇਖੋ, ਭਾਰਤ ਦਾ ਜਿਹੜਾ ਬਜਟ ਸੈਸ਼ਨ ਸ਼ੁਰੂ ਹੋ ਚੁੱਕਾ। 1 ਫਰਵਰੀ ਨੂੰ ਵਿੱਤ ਮੰਤਰੀ ਜੀ ਨੇ ਬਜਟ ਦੇਣਾ। ਬਜਟ ਦੇ ਵਿੱਚ ਆਉਣ ਵਾਲੇ ਸਾਲ ਦੀ ਪ੍ਰੋਜੈਕਸ਼ਨ ਗਵਰਨਮੈਂਟ ਨੇ ਦੇਣੀਆਂ ਨੇ। ਸਾਡੀਆਂ ਐਕਸਪੈਕਟੇਸ਼ਨ ਜਿਹੜੀ ਪਿਛਲੇ ਸਾਲ ਸੀਗਾ ਉਹਦਾ ਕੀ ਬਣਿਆ ਜਾਂ ਹੁਣ ਅਸੀਂ ਕੀ ਚਾਹੁੰਦੇ ਹਾਂ। ਮੈਂ ਸਾਈਕਲ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦਾ। ਇੱਕੋ ਇੱਕ ਮੰਗ ਜੋ ਅਸੀਂ ਪਿਛਲੇ ਸਾਲਾਂ ਤੋਂ ਕਰ ਰਹੇ ਹਾਂ ਕਿ ਸਾਈਕਲ ਇੰਡਸਟਰੀ ਦੀ ਤਰੱਕੀ ਵਾਸਤੇ ਸਾਨੂੰ ਟੈਕਨੋਲੋਜੀ ਅਪਗ੍ਰੇਡ ਕਰਨੀ ਪੈਣੀ ਹੈ, ਜਿਹਦੇ ਵਾਸਤੇ ਭਾਰਤ ਸਰਕਾਰ ਸਾਨੂੰ ਅਣਗੌਲਿਆ ਕਰ ਰਹੀ ਹੈ। ਜੇ ਅਸੀਂ ਆਪਣੀ ਟੈਕਨੋਲੋਜੀ ਅਪਗ੍ਰੇਡ ਨਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ 'ਚੋਂ ਬਾਈਸਾਈਕਲ ਇੰਡਸਟਰੀ ਖਤਮ ਹੋਣ ਦੀ ਉਮੀਦ ਹੋ ਜਾਏਗੀ। ਇਸ ਕਰੋਨਾ ਜਾਂ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਇਹ ਸਮਝ ਆ ਗਈ ਕਿ ਆਪਣੀ ਸਿਹਤ ਠੀਕ ਰੱਖੋ, ਉਹਦੇ ਵਾਸਤੇ ਸਾਈਕਲ ਚਲਾਉਣਾ ਸ਼ੁਰੂ ਕੀਤਾ। ਸਾਈਕਲ ਇੰਡਸਟਰੀ 'ਚ ਥੋੜ੍ਹੀ ਜਿਹੀ ਜਾਨ ਆਈ ਹੈ। ਬਟ ਅਸੀਂ ਭਾਰਤ ਦੇ ਮੈਂਬਰਾਂ ਨੂੰ ਜਾਂ ਆਪਣੇ ਜਿਹੜੇ ਦੇਸ਼ ਵਾਸੀਆਂ ਨੂੰ ਅੱਜ ਵੀ ਉਹ ਕਾਲਾ 18-20 ਕਿਲੋ ਦਾ ਸਾਈਕਲ ਬਣਾ ਕੇ ਦੇਈ ਜਾ ਰਹੇ ਹਾਂ, ਛੋਟੇ ਜਿਹੇ ਡਿਜ਼ਾਈਨ ਚੇਂਜ ਕਰ ਰਹੇ ਹਾਂ। ਲੋੜ ਹੈਗੀ ਹੈ ਵਿੱਤ ਮੰਤਰੀ ਜੀ, ਇੰਡਸਟਰੀ ਸਾਈਕਲ ਕੋਈ ਛੋਟੀ ਇੰਡਸਟਰੀ ਨਹੀਂ। 10 ਲੱਖ ਬੰਦਿਆਂ ਨੂੰ ਰੋਜ਼ਗਾਰ, 25-30 ਲੱਖ ਪਰਿਵਾਰ ਨਾਲ ਜੁੜੇ, 1.5 ਕਰੋੜ ਤੋਂ ਉੱਪਰ ਭਾਰਤ ਵਰਸ਼ ਦੇ ਜੇ ਅਸੀਂ ਸਿਟੀਜ਼ਨ ਹੈਗੇ ਹਾਂ ਤੁਹਾਡੇ, ਬਾਈਸਾਈਕਲ ਇੰਡਸਟਰੀ ਨਾਲ ਜੁੜੇ ਹੋਏ ਹਾਂ। ਸਾਡੀ ਤਾਕਤ ਨੂੰ ਪਛਾਣੋ। ਅਸੀਂ ਆਪਣੀ ਤਾਕਤ ਤੁਹਾਡੀ ਤਾਕਤ ਬਣਨਾ ਚਾਹੁੰਦੇ ਹਾਂ। ਐਮਪਲੋਇਮੈਂਟ ਵੀ ਦਿੰਦੇ ਹਾਂ, ਟੈਕਸ ਵੀ ਦਿੰਦੇ ਹਾਂ, ਪੋਲੂਸ਼ਨ ਅਸੀਂ ਨਹੀਂ ਫੈਲਾਉਂਦੇ, ਰੋਡ ਦੇ ਉੱਪਰ ਕੰਜੈਸ਼ਨ ਅਸੀਂ ਨਹੀਂ ਕਰਦੇ, ਟ੍ਰੈਫਿਕ ਦੇ ਉੱਪਰ
ਸਿਹਤ ਨੂੰ ਅਸੀਂ ਵਧੀਆ ਰੱਖਣ ਵਾਸਤੇ ਹੁਣ ਤੇ ਡਾਕਟਰ ਵੀ ਕਹਿਣ ਲੱਗੇ ਨੇ ਸਾਈਕਲ ਚਲਾਓ। ਵਿੱਤ ਮੰਤਰੀ ਜੀ ਤੁਸੀਂ ਵੀ ਸਾਈਕਲ ਚਲਾਓ, ਸਾਰੇ ਪਾਰਲੀਮੈਂਟੇਰੀਅਨ ਨੂੰ ਕੋਲ ਸਾਈਕਲ ਚਲਾਓ। ਇਸ ਬਜਟ ਦੇ ਵਿੱਚ ਬਾਈਸਾਈਕਲ ਇੰਡਸਟਰੀ ਨੂੰ ਪ੍ਰਮੋਟ ਕਰੋ। ਜੇ ਤੁਸੀਂ ਬਾਈਸਾਈਕਲ ਇੰਡਸਟਰੀ ਨੂੰ ਪ੍ਰਮੋਟ ਕਰਨਾ ਹੈ, 2 ਹੀ ਸੁਜੈਸ਼ਨ ਦੇਣੀਆਂ ਚਾਹਾਂਗਾ ਕਿ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਇੱਕ ਛੋਟਾ ਜਿਹਾ ਕ੍ਰੀਏਟ ਕਰੋ, ਜਿਹਦੇ ਨਾਲ ਅਸੀਂ ਬਾਹਰੋਂ ਟੈਕਨੋਲੋਜੀ ਨਵੀਂ ਲਿਆ ਸਕੀਏ, ਮਸ਼ੀਨਰੀ ਇੱਥੇ ਇੰਪੋਰਟ ਕਰ ਸਕੀਏ। 0 ਇੰਟਰਸਟ ਹੀ ਦਿਓ ਸਾਨੂੰ, 0 ਇੰਟਰਸਟ ਐਂਡ 0 ਡਿਊਟੀ ਦੇ ਉੱਪਰ, ਤਾਂ ਕਿ ਅਸੀਂ ਗਰੋਥ ਕਰਕੇ ਦਈਏ ਤੁਹਾਨੂੰ ਅੱਗੇ ਵਧਾ ਕੇ। ਕਿਉਂਕਿ ਭਾਰਤ ਦੀ ਇੰਡਸਟਰੀ ਦਾ ਸਕੋਪ ਕੀ ਹੈ? ਬਾਈਸਾਈਕਲ ਇੰਡਸਟਰੀ ਸੈਕੰਡ ਲਾਰਜੈਸਟ ਇਨ ਦਾ ਵਰਲਡ ਹੈ ਇੰਡੀਆ 'ਚ, ਚਾਈਨਾ ਤੋਂ ਬਾਅਦ 'ਚ। ਚਾਈਨਾ 20 ਕਰੋੜ ਸਾਈਕਲ ਜਾਂ ਉਹਦੇ ਨਾਲ ਦੇ ਮਿਲਦੇ ਜੁਲਦੇ ਸਮਾਨ ਬਣਾ ਰਿਹਾ। ਇੰਡੀਆ ਸਿਰਫ 2 ਕਰੋੜ ਦੇ ਉੱਪਰ ਬੈਠਾ ਸਾਲਾਨਾ। ਇਹਦਾ ਮਤਲਬ 10 ਗੁਣਾ ਜ਼ਿਆਦਾ ਚਾਈਨਾ ਅੱਗੇ ਹੈਗਾ। ਸਾਡੇ ਕੋਲ ਚੱਲਣ ਨੂੰ ਬਹੁਤ ਵੱਡਾ ਮੈਦਾਨ ਹੈ। ਇਸ ਮੈਦਾਨ 'ਚ ਸਰਕਾਰ ਦੀ ਛੋਟੀ ਜਿਹੀ ਸਪੋਰਟ, ਰੈਵਨਿਊ ਜਨਰੇਸ਼ਨ, ਤੁਹਾਡੇ ਇੰਪਲੋਇਮੈਂਟ ਜਨਰੇਸ਼ਨ, ਹੈਲਥ ਆਫ ਆਵਰ ਇੰਡੀਅਨਸ, ਪੋਲੂਸ਼ਨ ਕੰਟਰੋਲ, ਟ੍ਰੈਫਿਕ ਕੰਜੈਸ਼ਨ, ਇਹ ਸਾਰੀਆਂ ਚੀਜ਼ਾਂ ਅੱਜ ਦੀ ਲੋੜ ਹੈ। ਇਹਨੂੰ ਪੂਰੀ ਕਰਨੀ ਹੈ ਤਾਂ ਬਾਈਸਾਈਕਲ ਇੰਡਸਟਰੀ ਨੂੰ ਸਪੋਰਟ ਕਰੋ। ਇੱਕ ਮੈਂ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਬਾਈਸਾਈਕਲ ਇੰਡਸਟਰੀ ਬਹੁਤ ਛੋਟੀ ਮਾਈਕਰੋ ਲੈਵਲ ਤੱਕ ਕੰਮ ਕਰਦੀ ਹੈ। ਬਹੁਤ ਵੱਡੀਆਂ ਇੰਡਸਟਰੀ ਸਾਡੇ 'ਚ ਨਹੀਂ ਹੈਗੀਆਂ। ਛੋਟੇ 5-5, 4-4, 10-10, 15-15, 20-20 ਬੰਦੇ ਕੰਮ ਕਰਦੇ ਹਾਂ ਅਸੀਂ। ਇਹਨੂੰ ਕੀ ਚਾਹੀਦਾ ਕਿ ਅਸੀਂ ਰॉ ਮਟੀਰੀਅਲ ਪਰਚੇਜ਼ ਕਰ ਰਹੇ ਹਾਂ 18% 'ਤੇ, ਜਿਹੜਾ ਮਾਲ ਵੇਚ ਰਹੇ ਹਾਂ 12% 'ਤੇ। ਇਹਦਾ ਮਤਲਬ 6% ਦੇ ਆਸ-ਪਾਸ ਟੋਟਲ ਟਰਨਓਵਰ ਦਾ ਮੇਰਾ GST ਰਿਫੰਡ 'ਚ ਰੁਕਿਆ ਪਿਆ। ਪੰਜਾਬ ਦੀ ਮੈਂ ਗੱਲ ਨਹੀਂ ਕਰਾਂਗਾ, ਵੈਟ ਦੀ। GST ਕਿਉਂਕਿ ਕੇਂਦਰੀ ਬਜਟ ਹੈ, GST ਨੂੰ ਰਿਫੰਡ ਦਾ ਕੰਮ ਖਤਮ ਕਰਨ ਵਾਸਤੇ ਪਿਛਲੇ ਰਿਫੰਡ ਆਨਲਾਈਨ ਜਾਰੀ ਜਲਦੀ ਕਰੋ। ਪਲੱਸ ਆਉਣ ਵਾਲੇ ਸਮੇਂ 'ਚ ਸਾਡੀ ਪਰਚੇਜ਼ ਦਾ ਜਿਹੜਾ ਸਲੈਬ ਹੈ ਉਹਨੂੰ ਘਟਾ ਕੇ ਸੇਲ ਦੇ ਸਲੈਬ ਦੇ ਬਰਾਬਰ। ਮੈਂ ਤਾਂ ਤੱਕ ਕਹਾਂਗਾ ਕਿ ਸਾਈਕਲ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਸੇਲ ਐਂਡ ਪਰਚੇਜ਼ ਦੋਨੋਂ ਹੀ 5% ਕਰ ਦਿਓ। GST ਦਾ ਕੰਮ ਖਤਮ ਹੋ ਗਿਆ। ਬਾਈਸਾਈਕਲ ਇੰਡਸਟਰੀ ਗਰੋਥ ਕਰੇਗੀ, ਕਿਉਂਕਿ ਅਮਰੀਕਾ ਨੇ, ਯੂਰਪ ਨੇ ਚਾਈਨਾ ਦੀ ਇੰਡਸਟਰੀ ਨੂੰ ਨਕਾਰਿਆ ਹੈ। ਬਾਈਸਾਈਕਲ ਇੰਡਸਟਰੀ ਨੂੰ 67% ਇੰਪੋਰਟ ਡਿਊਟੀ ਲਗਾ ਦਿੱਤੀ ਉਹਨਾਂ 'ਤੇ। ਇਹਦਾ ਮਤਲਬ ਸਾਡੇ ਕੋਲ ਐਕਸਪੋਰਟ ਦਾ ਬਹੁਤ ਵੱਡਾ ਐਵਨਿਊ ਖੁੱਲ੍ਹ ਸਕਦਾ ਹੈ ਜੇ ਅਸੀਂ ਅੱਛੇ ਪ੍ਰੋਡਕਟ ਦੇ ਦਈਏ। ਅਤੇ ਅੱਛੇ ਪ੍ਰੋਡਕਟ ਟੈਕਨੋਲੋਜੀ ਨਾਲ ਹੀ ਆਉਣੇ ਹੈ। ਟੈਕਨੋਲੋਜੀ ਅਪਗ੍ਰੇਡ ਕਰੋ। ਇੱਕ ਛੋਟੀ ਜਿਹੀ ਮੈਂ ਡਿਮਾਂਡ ਹੋਰ ਕਰਨੀ ਚਾਹਾਂਗਾ ਵਿੱਤ ਮੰਤਰੀ ਜੀ ਨੂੰ ਤੁਹਾਡੇ ਥਰੂ, ਕਿ ਵਿੱਤ ਮੰਤਰੀ ਜੀ ਅਸੀਂ ਕਿਸਾਨ ਨਹੀਂ ਕਿ ਮਸ਼ੀਨਾਂ ਛੱਡ ਕੇ ਤੁਹਾਡੇ ਕੋਲ 60 ਦਿਨ ਬੈਠ ਜਾਈਏ। ਸਾਡੇ ਕੋਲ ਡੰਡਾ ਨਹੀਂ, ਸਾਡੇ ਕੋਲ ਇੱਕ ਆਵਾਜ਼ ਹੈ ਛੋਟੀ ਜਿਹੀ। ਜੇ ਪਹੁੰਚ ਜਾਏ ਤੁਹਾਡੇ ਕੋਲ, ਅਸੀਂ ਸਾਰੀ ਉਮਰ ਟੈਕਸ ਦਿੰਦੇ ਹਾਂ, ਇਨਕਮ ਟੈਕਸ। ਤੁਸੀਂ ਸਾਨੂੰ ਕਰ ਦਾਤਾ ਕਹਿੰਦੇ ਹੋ ਪੰਜਾਬੀ 'ਚ। ਦਾਤਾ ਦਾ ਮਤਲਬ ਕੀ ਹੈ? ਦਾਤਾ ਦੇਣ ਵਾਲਾ। ਦਾਤਾ ਦੇਣ ਵਾਲੇ ਨੂੰ ਤੁਸੀਂ ਡੰਡਾ ਮਾਰ ਕੇ ਸਾਡੇ ਕੋਲ ਟੈਕਸ ਵੀ ਲੈਂਦੇ ਹੋ। ਜਿਸ ਦਿਨ ਅਸੀਂ ਕੰਮ ਕਰਨ ਲਾਇਕ ਨਹੀਂ ਰਹਿੰਦੇ, ਸਰੀਰਕ ਪੱਖੋਂ ਦਵਾਈ ਦੇ ਪੈਸੇ ਵੀ ਨਹੀਂ ਹੁੰਦੇ ਸਾਡੇ ਕੋਲ। ਕਿਰਪਾ ਕਰੋ, ਜ਼ਿੰਦਗੀ ਜਿੰਨਾ ਟੈਕਸ ਦਿੱਤਾ ਉਸ ਟੈਕਸ ਦਾ ਕੁਝ % ਸਾਨੂੰ ਚਾਹੇ ਪਾਸਬੁੱਕ ਬਣਾ ਦਿਓ, ਆਪਣੇ ਬੁਢਾਪੇ ਵਾਸਤੇ ਸਾਨੂੰ ਦੇਣਾ ਸ਼ੁਰੂ ਕਰੋ। ਇੱਕ ਛੋਟੀ ਜਿਹੀ ਡਿਮਾਂਡ ਕਿ ਇਨਕਮ ਟੈਕਸ ਜਿਹੜਾ ਵੀ ਸਾਡੇ ਕੋਲ ਲੈਣਾ, ਇਨਕਮ ਹੋਏਗੀ ਤਾਂ ਦੇਵਾਂਗੇ ਨਾ ਜੀ। ਤੁਸੀਂ ਮਹਿੰਗਾਈ ਵਧਾਈ ਜਾ ਰਹੇ ਹੋ। ਸਾਡੇ ਇਨਕਮ ਟੈਕਸ ਸਲੈਬ ਨੂੰ ਹਰ ਸਾਲ ਅਸੀਂ ਡਿਮਾਂਡ ਨਾ ਲਓ, ਤੁਸੀਂ ਪ੍ਰਾਈਸ ਇੰਡੈਕਸ ਨਾਲ ਜੋੜ ਦਿਓ। ਜਿੰਨੀ ਮਹਿੰਗਾਈ ਵਧੇ, ਇਨਕਮ ਟੈਕਸ ਦੀ ਸਲੈਬ ਵੱਧ ਜਾਵੇ। ਇਹ ਡਿਮਾਂਡ ਸੀ ਸਰ। ਜੇ ਆਪਾਂ ਗੱਲ ਕਰੀਏ ਜਿਹੜੀ ਲੁਧਿਆਣਾ ਇੰਡਸਟਰੀ ਹੈ ਸਰ, ਕਿੱਥੇ ਸਟੈਂਡ ਕਰਦੀ ਹੈ? ਪਹਿਲਾਂ COVID-19 ਵੀ ਰਿਹਾ, ਅਤੇ ਸਰ ਆਪਾਂ ਟ੍ਰੇਨਾਂ ਵੀ ਕਾਫੀ ਬੰਦ ਰਹੀਆਂ ਨੇ ਕਾਫੀ ਟਾਈਮ ਤੱਕ। ਅਤੇ ਸਰ ਕਿਸ ਤਰੀਕੇ ਦੇ ਤੋਂ ਕਿੰਨਾ ਕੁ ਜਿਹੜਾ ਫਰਕ ਪਿਆ ਜੀ ਜਿਹੜਾ ਸਾਈਕਲ ਇੰਡਸਟਰੀ ਉੱਤੇ? ਦੇਖੋ, ਸਾਈਕਲ ਇੰਡਸਟਰੀ ਦੇ ਉੱਪਰ ਫਰਕ ਮੈਂ ਤੁਹਾਨੂੰ 2 ਲਾਈਨਾਂ ਹੀ ਦਿੰਦਾ। ਹਰ ਇੰਡਸਟਰੀ 'ਤੇ ਫਰਕ ਇਹੀ ਪਿਆ ਵਾ। ਕੋਵਿਡ ਦੇ ਵਿੱਚ ਸਰਕਾਰ ਨੇ ਕਿਹਾ ਫੈਕਟਰੀਆਂ ਬੰਦ, ਅਸੀਂ ਕਿਹਾ ਫੈਕਟਰੀਆਂ ਬੰਦ। ਬਿਨਾਂ ਕੰਮ ਕੀਤੇ ਬਿਜਲੀ ਦੇ ਬਿੱਲ ਦਿਓ, ਅਸੀਂ ਦਿੱਤੇ। ਬਿਨਾਂ ਕੰਮ ਕੀਤੇ ਲੇਬਰ ਨੂੰ ਤਨਖਾਹ ਦਿਓ, ਅਸੀਂ ਦਿੱਤੀ ਹੈ। ਇਹ ਸਾਰੇ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਕਿਹਾ ਕਿ ਫੈਕਟਰੀਆਂ ਚਲਾਓ 50% ਲੇਬਰ ਲੈ ਕੇ, ਅਸੀਂ 50% ਲੇਬਰ ਲੈ ਕੇ ਫੈਕਟਰੀ ਚਲਾਈ, ਵਾਇਬਲ ਨਹੀਂ ਸੀਗੀ। ਜਦੋਂ ਲੇਬਰ ਨਾਲ ਫੈਕਟਰੀ ਚਲਾਉਣੀ ਸ਼ੁਰੂ ਕੀਤੀ ਸੀ, ਲੇਬਰ ਨੂੰ ਅਸੀਂ ਪਿੰਡਾਂ 'ਚ ਭੇਜਤਾ। ਜਦੋਂ ਪਿੰਡਾਂ 'ਚੋਂ ਵਾਪਸ ਆਉਣ ਦੀ ਗੱਲ ਲੱਗੀ ਹੈ, ਤਾਂ ਟ੍ਰੇਨਾਂ ਬੰਦ ਨੇ ਜੀ। ਜੇ ਕੋਈ ਟ੍ਰੇਨ ਦੇ ਨਾਲ ਬੱਸ 'ਤੇ ਆਉਣਾ ਚਾਹੁੰਦਾ ਤਾਂ ਸੜਕਾਂ ਬੰਦ ਕੀਤੀਆਂ ਹੋਈਆਂ ਨੇ। ਇਹਦਾ ਮਤਲਬ ਤੁਸੀਂ ਇੱਕ ਬੰਦੇ ਨੂੰ ਗਲਾ ਘੁੱਟ ਕੇ ਮਰਦੇ ਬੰਦੇ ਨੂੰ ਕਹਿ ਰਹੇ ਹੋ ਕਿ ਹੱਸੋ। ਇੰਡਸਟਰੀ ਫੇਰ ਹੱਸਣ ਨੂੰ ਤਿਆਰ ਹੈ, ਕੰਮ ਕਰਨ ਨੂੰ ਤਿਆਰ ਹੈ, ਕਰ ਰਹੇ ਹਾਂ। ਰॉ ਮਟੀਰੀਅਲ ਮਹਿੰਗੇ ਹੋ ਗਏ, ਬਾਹਰੋਂ ਰॉ ਮਟੀਰੀਅਲ ਆ ਨਹੀਂ ਰਿਹਾ, ਫਿਨਿਸ਼ ਮਾਲ ਬਾਹਰ ਭੇਜਣ 'ਚ ਦਿੱਕਤ ਆ ਰਹੀ ਹੈ। ਫਿਰ ਵੀ ਜੇ ਅਸੀਂ ਇੰਡਸਟਰੀ ਚਲਾ ਰਹੇ ਹਾਂ, ਤਾਂ ਮੈਂ ਤਾਂ ਸਮਝਦਾ ਕਿ ਇੰਡਸਟਰੀ ਦੇ ਬੰਦਿਆਂ ਦੇ ਸਰਕਾਰਾਂ ਨੂੰ ਪੈਰ ਧੋ ਕੇ ਪੀਣੇ ਚਾਹੀਦੇ ਆ ਕੇ ਇੱਥੇ, ਕਿ ਤੁਹਾਨੂੰ ਅਸੀਂ ਰੈਵਨਿਊ ਦੇ ਰਹੇ ਹਾਂ, ਇੰਪਲੋਇਮੈਂਟ ਦੇ ਰਹੇ ਹਾਂ। ਬਟ ਬਜਟ 'ਚ ਮੈਨੂੰ ਨਿਰਾਸ਼ਾ ਹੈ ਕਿ ਬਜਟ ਦੇ ਵਿੱਚ ਤੁਸੀਂ 2-3 ਘਰਾਂ ਨੂੰ ਵੱਡਿਆਂ ਨੂੰ ਬੁਲਾ ਕੇ ਬਜਟ ਬਣਵਾ ਲਿਆ ਵਾ ਜਾਂ ਬਣਾ ਰਹੇ ਹੋ, ਕਿ ਛੋਟੀ ਇੰਡਸਟਰੀ ਜਿਹਦਾ ਇੰਡਸਟਰੀ ਦੇ ਵਿੱਚ 98% ਸ਼ੇਅਰ ਹੈ MSME ਸੈਕਟਰ ਦਾ, ਕੀ MSME ਸੈਕਟਰ ਦੇ ਰੀਅਲ ਬੰਦਿਆਂ ਨੂੰ ਤੁਸੀਂ ਬੁਲਾਇਆ? ਅੱਜ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ
ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ ਬਾਈਸਾਈਕਲ ਇੰਡਸਟਰੀ ਦੀ। ਅਸੀਂ ਤੁਹਾਨੂੰ ਰਿਪਰੈਜ਼ੈਂਟੇਸ਼ਨ ਦਿੰਦੇ ਹਾਂ, ਤੁਸੀਂ ਇੱਕ ਵਾਰੀ ਵੀ ਨਹੀਂ ਬੁਲਾਇਆ। ਵਰਲਡ ਦੇ ਵਿੱਚ ਸੈਕੰਡ ਲਾਰਜੈਸਟ ਸਾਈਕਲ ਪ੍ਰੋਡਿਊਸਰ, ਅਤੇ ਵਿੱਤ ਮੰਤਰੀ ਨੂੰ ਪਤਾ ਨਹੀਂ ਕਿ ਬਾਈਸਾਈਕਲ ਇੰਡਸਟਰੀ ਦੀ ਵੈਲਿਊ ਕੀ ਆ। ਤੁਹਾਡਾ ਨਾ ਬੁਲਾਉਣਾ ਇਹ ਸ਼ੋਅ ਕਰਦਾ ਕਿ ਤੁਸੀਂ ਇੰਡਸਟਰੀ ਪ੍ਰਤੀ, ਵੱਡਿਆਂ ਪ੍ਰਤੀ ਸ਼ਾਇਦ ਵਫਾਦਾਰ ਹੋ ਜਾਓ, ਛੋਟੀ ਇੰਡਸਟਰੀ ਪ੍ਰਤੀ ਵਫਾਦਾਰ ਨਹੀਂ ਹੋ ਰਹੇ। ਜੇ ਵਫਾਦਾਰੀ ਨਹੀਂ ਸ਼ੋਅ ਕਰੋਗੇ ਤੇ ਅਸੀਂ ਕਿਸਾਨਾਂ ਵਾਂਗੂ ਡੰਡੇ ਲੈ ਕੇ ਤੇ ਨਹੀਂ ਆ ਸਕਦੇ। ਸ਼ਾਇਦ ਜਿਹੜੀ ਦੁਆ ਅਸੀਂ ਦਿੰਦੇ ਹਾਂ ਤੁਹਾਨੂੰ, ਉਹ ਦੁਆ ਬਦਦੁਆ 'ਚ ਨਾ ਬਦਲ ਜਾਏ। ਤੇ ਸਰ ਜੇ ਆਪਾਂ ਗੱਲ ਕਰੀਏ ਛੋਟੀ ਇੰਡਸਟਰੀ ਨੂੰ ਸਰ ਕਿੰਨਾ ਕੁ ਫਰਕ ਪਊਗਾ ਇਸ ਬਜਟ ਦੇ ਨਾਲ? ਸਰ ਬਜਟ 'ਚ ਛੋਟੀ ਇੰਡਸਟਰੀ ਤੇ ਮਤਲਬ ਕਈ ਸਾਲਾਂ ਤੋਂ ਇੱਕੋ ਡਿਮਾਂਡ ਲੈ ਕੇ ਆ ਰਹੀ ਹੈ ਕਿ ਸਾਨੂੰ ਕੰਮ ਕਰਨ ਦਾ ਮਾਹੌਲ ਦਿਓ, ਇੰਸਪੈਕਟਰੀ ਰਾਜ ਤੋਂ ਪਰੇ ਕਰੋ, ਲੋ ਰੇਟ ਆਫ ਇੰਟਰਸਟ 'ਤੇ ਬੈਂਕਾਂ ਤੋਂ ਲੋਨ ਲੈ ਕੇ ਦਿਓ, ਮਸ਼ੀਨਰੀ ਵਾਸਤੇ ਚੰਗਾ ਲੋਨ ਦਿਓ, ਬਿਨਾਂ ਪੈਸੇ ਦੇ ਕੰਮ ਕਰਕੇ ਦੇ ਸਕੀਏ। ਤੁਸੀਂ ਇੰਪਲੋਇਮੈਂਟ ਸਾਡੇ ਕੋਲ ਲੈ ਰਹੇ ਹੋ। ਮਨਰੇਗਾ 70,000 ਕਰੋੜ ਰੁਪਈਆ ਵਿੱਤ ਮੰਤਰੀ ਜੀ ਤੁਸੀਂ ਪਿਛਲੇ ਬਜਟ ਦਿੱਤਾ ਸੀਗਾ, ਜਿਹਨੂੰ ਵਧਾ ਕੇ 1,10,000 ਕਰੋੜ ਕਰਤਾ। 100 ਦਿਨ ਕੰਮ ਦੇਣਾ ਇਸ ਸਾਲ 'ਚ। ਅਸੀਂ ਤਾਂ 365 ਦਿਨ ਕੰਮ ਦਿੰਦੇ ਹਾਂ। ਇੱਕ ਪਰਿਵਾਰ ਦੇ ਤੁਸੀਂ ਇੱਕ ਬੰਦੇ ਨੂੰ ਕੰਮ ਦਿੰਦੇ ਹੋ, ਅਸੀਂ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕੰਮ ਦੇਣ ਨੂੰ ਤਿਆਰ ਹਾਂ। ਤੁਸੀਂ ਮਨਰੇਗਾ ਸਕੀਮ ਨੂੰ ਬੰਦ ਕਰੋ। ਜੇ ਚਲਾਉਣਾ ਹੈ ਇਹਨੂੰ ਲਿੰਕ ਕਰ ਦਿਓ ਇੰਡਸਟਰੀ ਦੀ ਡਿਮਾਂਡ ਦੇ ਨਾਲ। ਜਦੋਂ ਇੰਡਸਟਰੀ ਦੀ ਡਿਮਾਂਡ ਤੇ ਮਨਰੇਗਾ ਲਿੰਕ ਹੋ ਜਾਣਗੇ, ਤੁਹਾਡੇ 'ਤੇ ਫਾਈਨੈਂਸ਼ੀਅਲ ਲੋਡ ਵੀ ਘਟੇਗਾ। ਮੋਦੀ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਬਟ ਇੰਡਸਟਰੀ, ਛੋਟੀ ਇੰਡਸਟਰੀ ਦੀ ਕਦੀ ਆਵਾਜ਼ ਸੁਣੀ ਆ ਕੇ? ਤੁਸੀਂ ਕਿਸਾਨਾਂ ਕੋਲ ਜਾਂਦੇ ਹੋ, ਦੇਸ਼ ਦੇ ਪ੍ਰੈਰੀਆਂ ਕੋਲ ਜਾਂਦੇ ਹੋ। ਮੋਦੀ ਜੀ ਕਦੀ ਛੋਟੀ ਇੰਡਸਟਰੀ 'ਚ ਇੱਕ ਵਾਰੀ ਮੇਰੇ ਨਾਲ ਸੜਕਾਂ ਚੱਲ ਕੇ ਦੇਖੋ ਕਿ ਛੋਟੀ ਇੰਡਸਟਰੀ ਕਿਸ ਤਰ੍ਹਾਂ ਕੰਮ ਕਰ ਰਹੀ ਤੁਹਾਡੇ ਵਾਸਤੇ। ਤੇ ਸਰ ਜੇ ਆਪਾਂ ਗੱਲ ਕਰੀਏ ਜਿਹੜੇ ਚਾਈਨਾ ਤੇ ਇੰਡੀਆ ਦੇ ਰੇਟ ਨੇ ਸਰ, ਜਿਹੜਾ ਮੁਕਾਬਲਾ ਨੂੰ ਦੇਖਣ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਸਰ ਚਾਈਨਾ ਦੀ ਸਰਕਾਰ ਸਸਤੇ ਰੇਟ 'ਤੇ ਰॉ ਮਟੀਰੀਅਲ ਦਿੰਦੀ ਹੈ, ਉਹਨਾਂ ਨੂੰ ਐਕਸਪੋਰਟ ਕਰਨ 'ਚ ਬੈਨੀਫਿਟ ਦਿੰਦੀ ਹੈ। ਅੱਜ ਇੰਡਸਟਰੀ ਪੰਜਾਬ ਦੀ ਨੂੰ ਜਾਂ ਭਾਰਤ ਦੀ ਇੰਡਸਟਰੀ ਨੂੰ ਖ਼ਤਮ ਕਰਨ ਵਾਸਤੇ ਮੈਂ ਤਾਂ ਇੱਕ ਤੁਹਾਨੂੰ ਇਹ ਅਲਾਰਮਿੰਗ ਪੋਜੀਸ਼ਨ ਦੇਣ ਲੱਗਾ ਕਿ ਸਾਡੇ ਕੋਲ ਲੋਹਾ ਮਹਿੰਗਾ ਕਿਉਂ ਹੋ ਰਿਹਾ, ਕਿਉਂਕਿ ਆਇਰਨ ਔਰ ਤੁਸੀਂ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਹੈ। ਚਾਈਨਾ ਸਾਡਾ ਰॉ ਮਟੀਰੀਅਲ ਦਾ ਬੇਸ ਇੰਪੋਰਟ ਕਰਕੇ ਇੰਡੀਆ ਦੇ ਇੰਡਸਟਰੀ ਨੂੰ ਮਾਰ ਰਿਹਾ ਹੈ। ਆਪਣੇ ਕੋਲੋਂ ਰॉ ਮਟੀਰੀਅਲ ਬਣਾ ਕੇ ਸਾਨੂੰ ਰॉ ਮਟੀਰੀਅਲ ਭੇਜ ਰਿਹਾ ਹੈ। ਇਹਦਾ ਮਤਲਬ ਸਾਡੇ ਮੂੰਹ 'ਚੋਂ ਆਟਾ ਖੋਹ ਕੇ, ਆਟਾ ਗੁੰਨ ਕੇ ਰੋਟੀ ਬਣਾ ਕੇ ਸਾਨੂੰ ਰੋਟੀ ਵੇਚ ਰਿਹਾ। ਅਤੇ ਕਿਉਂ ਨਹੀਂ ਭਾਰਤ ਵਰਸ਼ ਦੇ ਜਿਹੜੇ ਬੰਦਿਆਂ ਨੂੰ ਰੋਟੀ ਚਾਹੀਦੀ ਹੈ, ਪਹਿਲੇ ਆਟਾ ਚਾਹੀਦਾ, ਰॉ ਮਟੀਰੀਅਲ ਚਾਹੀਦਾ। ਸਾਡਾ ਰੋਟੀ ਕੀ ਹੈ? ਰॉ ਮਟੀਰੀਅਲ ਹੈ। ਰॉ ਮਟੀਰੀਅਲ ਕਿੱਥੋਂ ਬਣਦਾ? ਆਇਰਨ ਔਰ ਤੋਂ। ਆਇਰਨ ਔਰ ਨੂੰ ਐਕਸਪੋਰਟ ਬੰਦ, ਸਟੀਲ ਪ੍ਰਾਈਸਿਸ ਦਾ ਰੈਗੂਲੇਟ ਕਰਕੇ ਸਾਨੂੰ ਰੈਗੂਲੇਟਰੀ ਕਮਿਸ਼ਨ ਬਣਾਓ ਜਿਵੇਂ ਪਹਿਲੇ ਸੀ। ਪ੍ਰਾਈਸਿਸ ਨੂੰ ਡਾਊਨ ਕਰੋ, ਇੰਡਸਟਰੀ ਨੂੰ ਪ੍ਰਮੋਟ ਕਰੋ। ਨਹੀਂ ਤਾਂ ਮੋਦੀ ਜੀ ਲੋਕਲ ਫਾਰ ਵੋਕਲ, ਮੇਕ ਇਨ ਇੰਡੀਆ ਤੁਹਾਡਾ ਜਿਹੜਾ ਸਿਸਟਮ ਹੈ ਇਹ ਚਾਈਨਾ ਫੇਲ ਕਰਨਾ ਚਾਹੁੰਦਾ ਹੈ। ਸਾਡੀ ਰॉ ਮਟੀਰੀਅਲ ਪਹਿਲੇ ਲੋਕਲ ਇੰਡਸਟਰੀ ਨੂੰ ਦਿਓ, ਜੇ ਵੱਧ ਜਾਏ ਫਿਰ ਬਾਹਰ ਦਿਓ। ਸੋ ਇਹ ਸਨ ਲੁਧਿਆਣਾ ਜਿਹੜੇ ਯੂਨਾਈਟਿਡ ਸਾਈਕਲ ਪਾਰਟ ਦੇ ਪ੍ਰਧਾਨ DS ਚਾਵਲਾ ਜੀ, ਜਿਨ੍ਹਾਂ ਦਾ ਕਹਿਣਾ ਕਿ ਸਾਨੂੰ ਸਰਕਾਰ ਤੋਂ ਕੋਈ ਉਮੀਦਾਂ ਨਹੀਂ। ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ। ਕੁਝ ਮਹੀਨੇ ਪਹਿਲਾਂ ਪਿੰਡ ਛਪਾਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਮਹਿਲਾ ਦੇ ਵੱਲੋਂ ਕਪਿਲ ਗਰਗ ਨਾਮ ਦੇ ਵਿਅਕਤੀ ਤੇ ਉਸ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾਏ ਗਏ ਸੀ। ਹੁਣ ਫਿਰ ਪੀੜਤ ਮਹਿਲਾ ਨੇ ਉਕਤ ਵਿਅਕਤੀ ਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਨੇ। ਮਹਿਲਾ ਦਾ ਕਹਿਣਾ ਹੈ ਕਿ ਕਪਿਲ ਗਰਗ ਨੇ ਉਸ ਦੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਖਰੀਦੀ ਹੈ, ਪਰ ਕਪਿਲ ਗਰਗ ਜਾਣਬੁੱਝ ਕੇ ਉਸ ਦੀ ਜ਼ਮੀਨ ਦਾ ਕੁਝ ਹਿੱਸਾ ਆਪਣੀ ਜ਼ਮੀਨ ਦੇ ਵਿੱਚ ਮਿਲਾ ਕੇ ਚਾਰ ਦੀਵਾਰੀ ਕਰ ਰਿਹਾ ਹੈ, ਜਿਸ ਤੇ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਸੀ ਅਤੇ ਅਦਾਲਤ ਤੇ ਕੰਮ ਤੇ ਰੋਕ ਲਗਾ ਦਿੱਤੀ ਗਈ ਸੀ। ਪਰ ਹੁਣ ਕਪਿਲ ਗਰਗ ਦੇ ਵੱਲੋਂ ਫਿਰ ਤੋਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਉੱਥੇ ਹੀ ਹੁਣ ਕਪਿਲ ਗਰਗ ਦਾ ਵੀ ਕਹਿਣਾ ਹੈ ਕਿ ਅਦਾਲਤ ਦੇ ਵੱਲੋਂ ਸਟੇ ਰੱਦ ਕਰ ਦਿੱਤੀ ਗਈ ਹੈ ਤੇ ਪੁਲਿਸ ਨੂੰ ਨਾਲ ਲੈ ਕੇ ਉਸਨੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ ਉਸ ਨੂੰ ਜਾਣਬੁੱਝ ਕੇ ਦੂਸਰੀ ਧਿਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰ ਮੇਰਾ ਰੌਲਾ, ਮੇਰੀ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਹੋ ਰਿਹਾ, ਸਾਰੇ ਧੱਕਾ ਹੋ ਰਿਹਾ। ਮੇਰੇ ਨਾਲ 6 ਮਹੀਨੇ ਹੋ ਗਿਆ, ਜੁਲਾਈ ਮਹੀਨੇ ਦੀ ਗੱਲ ਆ। ਕੋਰਟ ਦੇ ਵਿੱਚ ਮੇਰਾ ਕੇਸ ਚੱਲ ਰਿਹਾ, ਮੈਨੂੰ ਕੋਈ ਕੋਰਟ 'ਚੋਂ ਇਨਸਾਫ ਨਹੀਂ ਮਿਲਿਆ। ਮੇਰਾ ਕੇਸ ਪੈਂਡਿੰਗ ਚੱਲਦਾ, ਮੈਨੂੰ ਸਟੇ ਮਿਲੀ ਸੀ ਤੇ ਹੁਣ ਮੇਰਾ ਸੈਸ਼ਨ ਦੇ ਵਿੱਚ ਮੇਰੀ ਅਪੀਲ ਕੀਤੀ ਹੋਈ ਆ। ਹੁਣ ਤੁਸੀਂ ਕੋਈ ਡਾਕੂਮੈਂਟ ਹੈ ਤੁਹਾਡੇ ਕੋਲ? ਹਾਂ, ਮੇਰੇ ਕੋਲੇ ਅਪੀਲ ਦੇ ਕਾਗਜ਼ ਹੈਗੇ ਨੇ। ਜਿਹੜਾ ਬੰਦਾ ਕਬਜ਼ਾ ਕਰ ਰਿਹਾ ਉਹਨੂੰ ਕੋਈ ਕੋਰਟ ਦੇ ਵਿੱਚੋਂ ਆਰਡਰ ਨਹੀਂ ਹੋਏ ਹੈਗੇ ਕੰਧ ਕਰਨ ਦੇ। ਠੀਕ ਹੈ। ਉਹ ਜ਼ਬਰਦਸਤੀ ਧੱਕਾ ਕਰ ਰਿਹਾ। 2 ਵਾਰੀ ਪਹਿਲਾਂ ਰਾਤਾਂ ਨੂੰ ਇਹਨੇ ਨਿਉ ਭਰੀ ਆ। ਔਰ ਪੁਲਿਸ ਕੀ ਕਹਿੰਦੀ ਹੈ? ਪੁਲਿਸ ਸਾਡੇ ਨਾਲ ਸ਼ਰਾਸਾਰ ਵੀ ਦੇਖੋ, ਮੈਨੂੰ ਸਵੇਰ ਦੀ ਸਾਨੂੰ ਦੋਹਾਂ ਜੀਆਂ ਨੂੰ ਬੰਦੀ ਬਣਾਈ ਬੈਠੀ ਆ, ਸਾਨੂੰ ਬਾਹਰ ਨਹੀਂ ਨਿਕਲਣ ਦੇ। ਉਹਦਾ ਇੱਥੋਂ ਸ਼ਰੇਆਮ ਕੰਮ ਚੱਲ ਰਿਹਾ, ਉਹ ਆਪਦੀ ਕੰਧ ਕਰ ਰਿਹਾ ਸ਼ਰੇਆਮ। ਸਰ ਮੈਂ ਜਗ੍ਹਾ ਜੀ, ਮੇਰੀ ਜਗ੍ਹਾ ਹੈਗੀ ਹੈ 13 ਵਿਸਵੇ 10 ਗਜ 660 ਗਜ ਜੀ। ਠੀਕ ਹੈ ਜੀ, 660 ਗਜ ਜਗ੍ਹਾ। ਮੈਂ 3 ਵਾਰ ਕੰਧ ਕਰ ਲਈ ਜੀ, 3 ਵਾਰ ਇਹਨਾਂ ਨੇ ਤੋੜੀ ਆ। ਕੋਰਟ ਕੇਸ ਇਹਨਾਂ ਨੇ ਕੀਤਾ ਜੀ, ਜਿਹੜੀ ਕੰਧ ਤੇ ਸਟੇ ਲਿੱਤੀ ਹੋਈ ਸੀ ਜੀ, ਉਹ ਸਟੇ 23/11 ਨੂੰ ਜੀ ਖਤਮ ਹੋ ਗਈ।
ਜਦੋਂ ਖਤਮ ਹੋਈ ਡੀਐਸਪੀ ਸਾਹਿਬ ਨੇ ਸਾਨੂੰ ਕਿਹਾ ਇੱਥੇ ਆ ਕੇ, ਕਹਿੰਦੇ ਵੀ ਸਟੇ ਟੁੱਟ ਗਈ ਹੈ, ਤੁਸੀਂ ਆਪਦਾ ਕੰਮ ਕਰ ਸਕਦੇ ਹੋ। ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਜੇ ਤੁਹਾਡੀ ਜਗ੍ਹਾ ਨਿਕਲਦੀ ਹੈ ਤੁਸੀਂ ਮਿੰਤੀ ਕਰਾ ਲਓ, ਜੇ ਮਿੰਤੀ ਕਰਾ ਕੇ ਤੁਹਾਡੀ ਜਗ੍ਹਾ ਨਿਕਲਦੀ ਹੈ ਮੈਂ ਦੇਣਦਾਰ ਬੈਠਾ। ਜੇ ਤੁਹਾਡੀ ਜਗ੍ਹਾ ਘੱਟ ਵੱਧਦੀ ਆ ਮੈਂ ਜਗ੍ਹਾ ਨਹੀਂ ਲੈਂਦਾ, ਜੋ ਮੇਰਾ ਤੁਸੀਂ 3 ਵਾਰ 'ਚ ਨੁਕਸਾਨ ਕੀਤਾ ਉਹ ਤੁਸੀਂ ਮੈਨੂੰ ਦੇ ਦਿਓ। ਲੁਧਿਆਣਾ ਦੇ ਵਿੱਚ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੀ ਖਾਸ ਮੀਟਿੰਗ ਰੱਖੀ ਗਈ, ਜਿਸ ਦੇ ਵਿੱਚ ਐਸੋਸੀਏਸ਼ਨ ਦੀ ਨਵੀਂ ਰੂਪਰੇਖਾ ਤਿਆਰ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਹਿੱਸਾ ਲਿਆ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਰੂਬਰੂ ਹੁੰਦੇ ਹੋਏ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਲੀਬਾਲ ਖੇਡ ਦੇ ਨਾਲ ਜੁੜਨ ਦੀ ਅਪੀਲ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਐਸੋਸੀਏਸ਼ਨ ਦੇ ਵੱਲੋਂ ਇੱਕ ਨਵੀਂ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਇਸ ਦੌਰਾਨ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉੱਥੇ ਹੀ ਦੂਸਰੇ ਪਾਸੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਵੱਲੋਂ ਦਿੱਲੀ ਹਿੰਸਾ ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ। ਅੱਜ ਜਿਹੜੀ ਲੁਧਿਆਣੇ ਵਿੱਚ ਇਹ ਹੋਟਲ 'ਚ ਮੀਟਿੰਗ ਹੋਈ ਹੈ, ਇਹ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ। ਇਹ ਥੋੜ੍ਹੀ ਦੇਰ ਪਹਿਲਾਂ 6 ਮਹੀਨੇ ਪਹਿਲਾਂ ਇੱਕ 15 ਮਾਰਚ ਨੂੰ ਇਲੈਕਸ਼ਨ ਹੋਈ ਸੀ, ਜਿਹਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਇਹ MLA ਨੇ ਫਰੀਦਕੋਟ ਤੋਂ ਔਰ ਪੋਲੀਟੀਕਲ ਐਡਵਾਈਜ਼ਰ ਨੇ ਪੰਜਾਬ CM ਦੇ, ਤੇ ਸਾਡੇ ਜਿਹੜੇ ਜਨਰਲ ਸੈਕਟਰੀ ਨੇ ਸਰ ਸੁਖਪਾਲ ਸਿੰਘ ਇਹ ਲੁਧਿਆਣੇ ਨੇ ਹੁਣੇ ਜਿਹੜੇ ਹੈਗੇ SSP ਰੈਂਕ ਤੋਂ ਰਿਟਾਇਰ ਹੋਏ ਨੇ। ਉਹਦੇ ਸੰਬੰਧ ਵਿੱਚ ਅਸੀਂ ਕੁਛ ਆਪਣੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਟੂਰਨਾਮੈਂਟ ਦੀ ਰੂਪਰੇਖਾ ਤਿਆਰ ਕਰਨ ਦੇ ਲਈ ਅੱਜ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਅਸੀਂ ਸਪੈਸ਼ਲੀ ਇਹੀ ਕੋਸ਼ਿਸ਼ ਕਰਦੇ, ਸਭ ਤੋਂ ਪਹਿਲਾਂ ਜਿਹੜੀ ਪਹਿਲੀ ਐਸੋਸੀਏਸ਼ਨ ਸੀ ਉਸਨੇ ਜਿਹੜੀ ਵਾਲੀਬਾਲ ਦਾ ਸਤਰ ਸੀ ਉਹ ਪੰਜਾਬ ਦੇ ਵਿੱਚ ਡਾਊਨ ਹੋ ਗਿਆ ਸੀ। ਸਪੋਰਟਸ ਨੂੰ ਉੱਪਰ ਚੱਕਣ ਦੇ ਲਈ ਅਸੀਂ ਅੱਜ ਇਹ ਮੀਟਿੰਗ ਕੀਤੀ ਹੈ। ਅੱਜ ਦੀ ਵਾਲੀਬਾਲ ਐਸੋਸੀਏਸ਼ਨ ਦੀ ਪੰਜਾਬ ਦੀ ਮੀਟਿੰਗ ਹੋਈ ਹੈ। ਉਹਦੇ ਵਿੱਚ ਸਾਰੀ ਐਗਜ਼ੈਕਟਿਵ ਨੇ ਤੇ ਡਿਸਟ੍ਰਿਕਟ ਬਾਡੀਜ਼ ਨੇ ਇਹ ਫੈਸਲਾ ਲਿਆ ਹੈ, ਕਿਉਂਕਿ ਇੱਕ ਸਾਲ ਜਿਹੜਾ ਕਰੋਨਾ ਵਿੱਚ ਖਰਾਬ ਹੋ ਗਿਆ। ਅਸੀਂ ਸਟੇਟ ਲੈਵਲ ਦੇ ਮਾਰਚ ਦੇ ਪਹਿਲੇ ਹਫਤੇ ਜੂਨੀਅਰ ਤੇ ਓਪਨ ਚੈਂਪੀਅਨਸ਼ਿਪ ਕਰਾ ਰਹੇ ਹਾਂ ਫਰੀਦਕੋਟ, ਤੇ ਉਸ ਤੋਂ ਬਾਅਦ ਟੀਮਾਂ ਤਿਆਰ ਕੀਤੀਆਂ ਜਾਣਗੀਆਂ ਜਿਹੜੀਆਂ ਨੈਸ਼ਨਲ ਲੈਵਲ ਤੇ ਜਾਣਗੀਆਂ। ਅੱਜ ਸਾਰੇ ਡਿਸਟ੍ਰਿਕਟਸ ਨੂੰ ਕਹਿਤਾ ਕਿ ਫਰਵਰੀ 20 ਤਰੀਕ ਤੱਕ ਆਪਦੀ ਡਿਸਟ੍ਰਿਕਟ ਚੈਂਪੀਅਨਸ਼ਿਪ ਕੰਪਲੀਟ ਕਰਕੇ ਜੂਨੀਅਰ ਤੇ ਓਪਨ ਦੀ ਤੇ ਆਪਣੀਆਂ ਟੀਮਾਂ ਤਿਆਰ ਕਰ ਲਓ, ਤਾਂ ਕਿ ਮਾਰਚ ਦੇ ਪਹਿਲੇ ਹਫਤੇ ਸਟੇਟ ਚੈਂਪੀਅਨਸ਼ਿਪ ਹੋਏਗੀ ਸਾਰੇ ਪੰਜਾਬ ਦੇ। ਉਧਰ ਲੁਧਿਆਣਾ ਦੇ ਵਿੱਚ ਕਾਲਜ ਅਧਿਆਪਕਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇੱਥੇ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਪ੍ਰਦਰਸ਼ਨ ਕੀਤਾ ਹੈ, ਜੋ ਕਿ ਆਰੀਆ ਕਾਲਜ ਦੇ ਵਿੱਚ ਕਾਲਜ ਦੇ ਪ੍ਰਸ਼ਾਸਨ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਹੱਕੀ ਮੰਗਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਸਰਕਾਰ ਤੇ ਅਧਿਆਪਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਆਪਣੇ ਆ ਰਹੀਆਂ ਅਸਾਮੀਆਂ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਨੇ, ਪਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਤੇ ਇਹ ਅੱਜ ਸਾਡਾ ਸੰਘਰਸ਼ ਦਾ 9ਵਾਂ ਦਿਨ ਹੈ ਜੀ। ਤੇ ਅਸੀਂ ਕਿਉਂਕਿ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰ ਰਹੇ ਹਾਂ, ਇਹ ਪੰਜਾਬ ਦੀਆਂ 136 ਏਡਡ ਕਾਲਜਾਂ ਦੀਆਂ ਜਿਹੜੀਆਂ ਪੈਂਡਿੰਗ 1925 ਪੋਸਟਾਂ ਦਾ ਜਿਹੜਾ ਫੈਸਲਾ 2013 ਦੇ ਵਿੱਚ ਕੋਰਟ ਦੇ ਵਿੱਚ ਇਹ ਕੇਸ ਹੋਇਆ ਸੀ, 2014 ਦੇ ਵਿੱਚ ਇਹਦਾ ਫੈਸਲਾ ਆਇਆ ਸੀ, 15 ਦੇ ਵਿੱਚ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਿਕ ਇਹ ਪੋਸਟਾਂ ਭਰਨੀਆਂ ਸ਼ੁਰੂ ਹੋਈਆਂ ਸੀ, ਜਿਹਦੇ ਵਿੱਚੋਂ ਪਹਿਲੇ ਸਾਲ 484, ਦੂਜੇ ਸਾਲ 484 ਤੇ 957, ਤਾਂ ਕੁੱਲ ਇਹ 1925 ਪੋਸਟਾਂ ਦੀ ਗਿਣਤੀ ਹੈ। ਤਾਂ ਬੇਸਿਕਲੀ ਅਸਿਸਟੈਂਟ ਪ੍ਰੋਫੈਸਰਸ ਦੀਆਂ ਪੋਸਟ ਨੇ ਜਿਹੜਾ ਕਾਲਜ ਦੇ ਵਿੱਚ, ਤੇ ਪਹਿਲਾਂ ਤੋਂ ਚੱਲਦੀ ਆ ਰਹੀਆਂ। ਤੇ ਉਸ ਦੀ ਲਾਈਟ ਦੇ ਵਿੱਚ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ 2015 ਦੇ ਵਿੱਚ ਜਦੋਂ ਪੋਸਟਾਂ ਦੀ ਭਰਤੀ ਦੀ ਸ਼ੁਰੂ ਹੋਈ ਪ੍ਰਕਿਰਿਆ, ਤਾਂ ਉਹਦੇ ਵਿੱਚ ਇਹ ਉਹਨਾਂ ਨੇ ਜਿਹੜੀਆਂ ਗੌਰਮੈਂਟ ਨੇ ਕੈਬਨਿਟ ਦੇ ਰਾਹੀਂ ਇਹਨੂੰ ਪਾਸ ਕਰਕੇ ਅਪਰੂਵ ਕਰਕੇ ਜਿਹੜੀ ਪ੍ਰਵਾਨਗੀ ਦਿੱਤੀ ਸੀ, ਉਹਨਾਂ ਦੇ ਕਾਗਜ਼ ਸਾਡੇ ਕੋਲ ਨੇ। 20 ਜੂਨ 2014 ਤੇ 27 ਅਕਤੂਬਰ 2014 ਦੀ। ਪ੍ਰੋਫੈਸਰ ਕੁਲਦੀਪ ਬੱਤਾ, ਮੈਂ ਡਿਸਟ੍ਰਿਕਟ ਟੀਚਰ ਯੂਨੀਅਨ ਦਾ PCCTU ਦਾ ਪ੍ਰੈਜ਼ੀਡੈਂਟ, ਤੇ ਸਾਥੀਆਂ ਨਾਲ ਬਹੁਤ ਅਨਿਆਏ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਲਗਭਗ 2 ਸਾਲ ਪਹਿਲਾਂ 28/8/2019 ਨੂੰ 127 ਅਧਿਆਪਕਾਂ ਨੂੰ ਪੱਕੇ ਕਰਨ ਦਾ ਇੱਕ ਲੈਟਰ ਜਾਰੀ ਕੀਤਾ। ਉਸ ਲੈਟਰ ਦੇ ਆਧਾਰ ਤੇ ਲਗਭਗ ਇਸ ਕਾਲਜ ਨੂੰ ਛੱਡ ਕੇ ਬਾਕੀ 109 ਦੇ ਕੇਸਿਸ ਜਾ ਚੁੱਕੇ ਨੇ, ਪਰ ਇਹਨਾਂ ਨੇ ਇੱਕ ਰਵਾਇਤ ਨੂੰ ਤੋੜਦੇ ਹੋਏ ਇਹ ਪੂਰੀ ਤਰ੍ਹਾਂ ਸਾਰੇ ਨੋਰਮਸ ਨੂੰ ਫੁੱਲਫਿਲ ਕਰਕੇ ਬੱਚੇ PhDਆਂ ਕਰਕੇ MPhil ਕਰਕੇ UGC ਕਲੀਅਰ ਕਰਕੇ ਆਪਣੀਆਂ ਪੋਸਟਾਂ ਤੇ ਆਏ ਨੇ। ਉਧਰ ਲੁਧਿਆਣਾ ਦੇ ਵਿੱਚ ਟੈਕਸ ਬਾਰ ਐਸੋਸੀਏਸ਼ਨ ਦੇ ਵੱਲੋਂ GST ਸੰਬੰਧੀ ਆਉਂਦੀਆਂ ਮੁਸ਼ਕਿਲਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਜਾਰੀ ਕਰਦੇ ਹੋਏ GST ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਲੁਧਿਆਣਾ ਦੇ GST ਭਵਨ ਦੇ ਬਾਹਰ ਟੈਕਸ ਮਾਹਰਾਂ ਵੱਲੋਂ ਇਕੱਠੇ ਹੋ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਨਾਲ ਹੀ GST ਸੰਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਗੱਲ ਆਖੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ GST ਦੀਆਂ ਖਾਮੀਆਂ ਨੂੰ ਦੂਰ ਜਲਦ ਤੋਂ ਜਲਦ ਕਰਨਾ ਚਾਹੀਦਾ ਹੈ ਤਾਂ ਜੋ ਕਾਰੋਬਾਰੀਆਂ ਨੂੰ ਰਾਹਤ ਮਿਲ ਸਕੇ। ਗੁਪਤਾ, ਪ੍ਰੈਜ਼ੀਡੈਂਟ ਪੰਜਾਬ ਟੈਕਸ ਬਾਰ ਐਸੋਸੀਏਸ਼ਨ। ਅੱਜ ਸਾਡਾ ਇੱਥੇ ਆਉਣ ਦਾ ਇੱਕ ਪਰਪਸ ਹੈ, ਇਹ ਆਲ ਇੰਡੀਆ ਟੈਕਸ ਪ੍ਰੋਫੈਸ਼ਨਲਸ ਵੱਲੋਂ ਆਈ ਹੈ ਕਿ GST ਦੀਆਂ ਕੰਪਲੀਕੇਸ਼ਨਸ ਦਿਨ ਪਰ ਦਿਨ ਇੰਨੀਆਂ ਵੱਧਦੀਆਂ ਜਾ ਰਹੀਆਂ ਜਿਹਦੀ ਕੰਪਲਾਇੰਸ ਹੋਣਾ ਬਹੁਤ ਮੁਸ਼ਕਿਲ ਹੈ ਔਰ ਇੰਪ੍ਰੈਕਟੀਕਲ ਹੈ। ਅਸੀਂ ਰਿਕੁਐਸਟ ਕਰਨ ਆਏ ਹਾਂ ਯੂਨੀਅਨ ਫਾਈਨੈਂਸ ਮਿਨਿਸਟਰੀ ਨੂੰ ਕਿ ਇਸ ਚੀਜ਼ ਨੂੰ ਠੀਕ ਕੀਤਾ ਜਾਵੇ ਔਰ ਇਹਨੂੰ ਸਿੰਪਲ ਬਣਾਇਆ ਜਾਵੇ ਤਾਂ ਕਿ ਹਰ ਬੰਦਾ, ਛੋਟਾ ਤੋਂ ਛੋਟਾ ਬੰਦਾ ਵੀ ਉਹਦੀ ਕੰਪਲਾਇੰਸ ਟਾਈਮ ਸਿਰ ਔਰ ਠੀਕ ਤਰੀਕੇ ਨਾਲ ਕਰ ਸਕੇ। BR ਕੌਸ਼ਲ, ਸੈਕਟਰੀ ਜਨਰਲ ਪੰਜਾਬ ਟੈਕਸ ਬਾਰ। ਹਾਂਜੀ ਸਰ, ਕੀ ਸਮੱਸਿਆ ਲੱਗਿਆ? ਅੱਜ ਅਸੀਂ ਇੱਕ ਪ੍ਰੋਟੈਸਟ ਜਿਹੜਾ ਹੈ ਇੰਡੀਆ ਲੈਵਲ ਤੋਂ ਕਰ ਰਹੇ ਹਾਂ। ਟੋਟਲ ਬਾਰ ਜਿੰਨੀਆਂ ਵੀ ਇੰਡੀਆ ਦੇ ਵਿੱਚ ਨੇ GST ਔਰ ਟੈਕਸ ਨੂੰ ਡੀਲ ਕਰਦੀਆਂ, ਉਹ ਸਾਰੇ ਹੀ ਅੱਜ ਪ੍ਰੋਟੈਸਟ ਕਰ ਰਹੇ ਨੇ। ਮੇਨ ਪ੍ਰੋਟੈਸਟ ਕਰਨ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ GST ਦੇ ਵਿੱਚ ਜਿਹੜੀਆਂ ਵੀ ਨੋਟੀਫਿਕੇਸ਼ਨਾਂ ਜਾਂ ਸਰਕੂਲਰ ਜਾਰੀ ਕਰ ਰਹੇ ਨੇ ਉਹ ਕਿਸੇ ਵੀ ਐਕਟ ਔਰ ਰੂਲ ਦੇ ਨਾਲ ਮੇਲ ਨਹੀਂ ਖਾਂਦੀਆਂ। ਔਰ ਦੂਸਰਾ ਹੈ, ਹਰ ਜਿਹੜੀ ਨੋਟੀਫਿਕੇਸ਼ਨ ਜਾਂ ਜਿਹੜੀ ਸਰਕੂਲਰ ਹੈ ਉਹ ਜਿਹੜੇ ਵਪਾਰੀਆਂ ਲਈ ਔਰ ਪ੍ਰੋਫੈਸ਼ਨਲ ਲਈ ਇੱਕ ਬਹੁਤ ਵੱਡਾ ਜਿਹੜਾ ਹੈ ਮੁੱਦਾ ਬਣ ਚੁੱਕਿਆ। ਉਧਰ ਗਣਤੰਤਰ ਦਿਵਸ ਨੂੰ ਸਮਰਪਿਤ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੱਚਿਆਂ ਦਾ ਖਾਸ ਤੌਰ ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਰਾਕੇਸ਼ ਪਾਂਡੇ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਬੱਚਿਆਂ ਨੂੰ ਗਰਮ ਕੱਪੜੇ ਵੀ ਵੰਡੇ। ਇਹ ਉਪਰਾਲਾ ਸਕੂਲ ਪ੍ਰਬੰਧਕ ਕਮੇਟੀ ਦੇ ਵੱਲੋਂ ਕਰਵਾਇਆ ਗਿਆ ਸੀ। ਇਸ ਮੌਕੇ ਬੱਚਿਆਂ ਦੇ ਵੱਲੋਂ ਆਏ ਗਏ ਮਹਿਮਾਨਾਂ ਦੇ ਲਈ ਖਾਸ ਤੌਰ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਆਰੀਆ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਬੱਚਿਆਂ ਵੱਲੋਂ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਹਦੇ ਮੁੱਖ ਮਹਿਮਾਨ ਸ਼੍ਰੀ ਰਾਕੇਸ਼ ਪਾਂਡੇ MLA ਨਾਰਥ ਹਾਜ਼ਰ ਹੋਏ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ, ਜਿਨ੍ਹਾਂ ਵਿੱਚ ਸ਼੍ਰੀਮਤੀ ਰਜੇਸ਼ ਸ਼ਰਮਾ ਜੀ ਮੈਨੇਜਰ, ਪ੍ਰਧਾਨ ਸ਼੍ਰੀ ਅਰੁਣ ਥਾਪਰ, ਉਹਨਾਂ ਦੇ ਨਾਲ ਹੋਰ ਮੈਂਬਰਾਂ ਸਾਹਿਬਾਨ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਤੇ ਲੁਧਿਆਣਾ ਦੇ ਵਿੱਚ ਬਣ ਜਾ ਰਹੇ ਤਾਜਪੁਰ ਰੋਡ ਅਤੇ ਟਿੱਬਾ ਰੋਡ ਦੇ ਫਲਾਈਓਵਰ ਨੂੰ ਲੈ ਕੇ ਕੌਂਸਲਰ ਦਲਜੀਤ ਸਿੰਘ ਦੇ ਵੱਲੋਂ ਖਾਸ ਤੌਰ ਤੇ ਪ੍ਰੈਸ ਵਾਰਤਾ ਰੱਖੀ ਗਈ, ਜਿਸ ਦੇ ਵਿੱਚ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਲੋਕਾਂ ਨੂੰ ਆਵਾਜਾਈ ਦੀ ਜੋ ਸਮੱਸਿਆ ਪੇਸ਼ ਆਉਂਦੀ ਸੀ ਬਹੁਤ ਜਲਦੀ ਦੂਰ ਹੋ ਜਾਵੇਗੀ। ਹਰ ਇੱਕ ਚੀਜ਼ ਮਿਲ ਕੇ ਤੁਹਾਡੇ ਸਾਹਮਣੇ ਮੌਜੂਦ ਆ ਵੀ ਜੋ ਅੱਜ ਤੱਕ ਮੈਂ ਕੀਤਾ। ਤਕਰੀਬਨ ਅੱਜ 10 ਸਾਲ ਹੋ ਚੁੱਲੇ ਨੇ। ਅੱਜ 10 ਸਾਲ ਤੋਂ ਤਕਰੀਬਨ ਮੈਂ ਇਸ ਪਾਸੇ ਲੱਗਿਆ ਤੇ ਅੱਜ ਧੰਨਵਾਦ ਕਰਦਾ ਸਾਰੇ ਹੀ ਇਲਾਕਾ ਨਿਵਾਸੀਆਂ ਦਾ। ਉਹਨਾਂ ਜੀ ਅਗਲਾ ਪ੍ਰੋਸੈਸ ਜਿਹੜਾ ਰਹਿੰਦਾ ਉਹ ਵੀ ਥੋੜਾ ਜਿਹਾ ਕਲੀਅਰ ਕਰੋ। ਉਹ ਪ੍ਰੋਸੈਸ ਮੈਂ ਤੁਹਾਨੂੰ ਦੱਸਾਂ। ਇਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ, ਸ਼੍ਰੀ ਭਾਤਪੁਰ ਸ਼ਾਸ਼ੀ ਦਾ। ਮੈਂ ਉਹਨਾਂ ਦੇ ਲਗਾਤਾਰ ਉਹਨਾਂ ਦੇ ਮਗਰ ਪਿਆ ਰਿਹਾ ਵੀ ਇਹ ਸਾਡੀ ਜਿਹੜੀ ਸਮੱਸਿਆ ਵਾ ਇਹਦਾ ਹੱਲ ਕਰਾਇਆ ਜਾਵੇ। ਤੇ ਉਹਨਾਂ ਨੇ SS ਸੰਧੂ ਜਿਹੜੇ ਚੇਅਰਮੈਨ ਨੇ ਅੱਜ ਆਪਣੇ ਨੈਸ਼ਨਲ ਹਾਈਵੇ ਦੇ ਜਿਹੜੇ ਕਮਿਸ਼ਨ ਰਹਿ ਚੁੱਕੇ ਨੇ ਲੁਧਿਆਣੇ ਦੇ ਵਿੱਚ, ਤੇ ਉਹਨਾਂ ਨਾਲ ਮੀਟਿੰਗ ਰੱਖ ਕੇ ਇਹਦਾ ਹੱਲ ਕਰਾਇਆ ਤੇ ਅੱਜ ਕੰਮ ਸਾਡਾ ਚਾਲੂ ਹੋ ਗਿਆ ਵਾ। ਅੱਜ ਕੰਮ ਚਾਲੂ ਹੋ ਗਿਆ ਤੇ ਉਸ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਤੇ ਤੁਹਾਡਾ ਸਾਰਿਆਂ ਦਾ, ਪ੍ਰੈਸ ਵਾਲੇ ਭਾਈਚਾਰੇ ਦਾ, ਜਿਹੜੇ ਮੁਕੇ ਸਾਡੇ ਖਾਸ ਕਰਕੇ ਮੰਤਰੀ ਸਾਹਿਬ ਆਸ਼ੂ ਜੀ ਦਾ, ਉਹਨਾਂ ਦਾ ਔਰ ਮੇਅਰ ਸਾਹਿਬ ਦਾ ਤੇ ਸਾਰੇ ਸਾਥੀਆਂ ਦਾ, ਜਿਹੜੇ ਮੇਰੇ ਸਾਥੀ ਬੈਠੇ ਨੇ, ਸਾਹਿਬ ਮੈਨੇਜਰ ਸਾਹਿਬ ਬੈਠੇ ਨੇ, ਸਾਹਿਬ ਦਲਵਿੰਦਰ ਸਿੰਘ ਜੀ ਰਿਟਾਇਰ ਨੇ ਬੈਂਕ ਮੈਨੇਜਰ, ਤੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ, ਇਹਨਾਂ ਨੇ ਹਰ ਮੁਕੇ ਲੈਟਰ ਵਾਸਤੇ ਹਰ ਵਾਸਤੇ ਮੁਕੇ ਬਹੁਤ ਵੱਡਾ ਯੋਗਦਾਨ ਪਾਇਆ। ਉਧਰ ਦਿੱਲੀ ਹਿੰਸਾ ਨੂੰ ਲੈ ਕੇ ਸ਼ਿਵ ਸੈਨਾ ਸ਼੍ਰੋਮਣੀ ਨੇ ਬਿਆਨ ਦਿੱਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਹਿੰਸਾ ਦੇ ਵਿੱਚ ਕਿਸਾਨਾਂ ਦਾ ਕੋਈ ਰੋਲ ਨਹੀਂ, ਬਲਕਿ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਦਿੱਲੀ ਹਿੰਸਾ ਬਾਰੇ ਪਹਿਲਾਂ ਹੀ ਪਤਾ ਸੀ, ਪਰ ਸਰਕਾਰ ਨੇ ਇਸ ਨੂੰ ਰੋਕਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਕਿਸਾਨ ਨੇ ਲਾਲ ਕਿਲਾ ਤੇ ਧਾਰਮਿਕ ਝੰਡਾ ਨਹੀਂ ਫਹਿਰਾਇਆ। मैं विशाल मैदान राष्ट्रीय प्रधान शिव सेना श्रोमणी। ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਹੈਗਾ ਵੈ, ਇਹ ਜਿਹੜਾ ਕਿਸਾਨੀ ਅੰਦੋਲਨ ਅੱਜ ਦਾ ਨਹੀਂ ਹੈ, ਕਾਫੀ ਸਮੇਂ ਦਾ ਚੱਲ ਰਿਹਾ ਵੈ। ਇਹ ਕਿਸਾਨਾਂ ਦਾ ਇੱਕ ਸੰਘਰਸ਼ ਹੈ। ਇਹ ਸਾਡੇ ਅੰਨਦਾਤਾ ਨੇ। ਅੰਨਦਾਤਾ ਕਿਉਂ ਨੇ? ਕਿਉਂਕਿ ਇਹ ਹੀ ਸਾਡੇ ਕਣਕ ਲੈ ਕੇ ਬੀਜਦੇ ਨੇ, ਆਟਾ ਸਾਨੂੰ ਉਪਲਬਧ ਕਰਾਉਂਦੇ ਨੇ, ਸਬਜ਼ੀਆਂ ਦਿੰਦੇ ਨੇ, ਝੋਨੇ ਦੇ ਬੀਜ ਕਰਦੇ ਨੇ, ਸਾਡੇ ਘਰੇ ਚਾਵਲ ਆਉਂਦੇ ਨੇ,
ਥਰੂ ਇੰਨਾ ਹੀ ਆਉਂਦੇ, ਇਸ ਲਈ ਅਸੀਂ ਇਹਨਾਂ ਨੂੰ ਅੰਨਦਾਤਾ ਕਹਿੰਦੇ ਆ। ਅੰਨਦਾਤਾ ਕਹਿਣਾ ਵੀ ਚਾਹੀਦਾ। ਜਿਹੜਾ ਇਹ ਦਿੱਲੀ ਵਿੱਚ ਸੰਘਰਸ਼ 26 ਜਨਵਰੀ ਨੂੰ ਕੀਤਾ ਗਿਆ ਵੈ, ਇਹ ਜਿਹੜਾ ਹਜੂਮ ਸੀ, ਜਿਹੜਾ ਇਹ ਇਕੱਠ ਸੀਗਾ, ਇਹ ਜਿਹੜਾ ਉੱਥੇ ਪਹਿਲਾਂ ਹੀ ਸਰਕਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀਗਾ, ਸਾਡਾ ਇਹਨਾਂ ਹਜੂਮ, ਸਾਡਾ ਇਹਨਾਂ ਇਕੱਠ ਉੱਥੇ ਆਉਣਾ ਹੈਗਾ ਵੈ। ਪਰ ਫਿਰ ਵੀ ਮੈਂ ਇਹਦੇ ਵਿੱਚ ਸਰਕਾਰ ਦੀ ਬੜੀ ਵੱਡੀ ਕੋਤਾਹੀ ਸਮਝਦਾ ਵਾਂ। ਉਧਰ ਪੰਜਾਬ ਸਰਕਾਰ ਦੇ ਵੱਲੋਂ ਸਨਮਾਨਿਤ ਵੱਖ-ਵੱਖ ਸ਼ਖਸੀਅਤਾਂ ਨੂੰ ਸ਼ਹਿਰ ਦੇ ਕਾਰੋਬਾਰੀਆਂ ਦੇ ਵੱਲੋਂ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇੱਥੋਂ ਦੀ ਸੈਂਟਰਲ ਮਾਰਕੀਟ ਐਸੋਸੀਏਸ਼ਨ ਦੇ ਵੱਲੋਂ ਇਹਨਾਂ ਸ਼ਖਸੀਅਤਾਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸੈਂਟਰਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦਾ ਪੂਰੀ ਟੀਮ ਦਾ, ਸਪੈਸ਼ਲੀ ਯੋਗੇਸ਼ ਜੀ ਇਹਨਾਂ ਦੇ ਪ੍ਰੈਜ਼ੀਡੈਂਟ ਨੇ, ਤੇ ਬਾਕੀ ਟੀਮ ਦਾ ਥੈਂਕ ਯੂ ਕਰਦਾ ਕਿ ਜਿਹੜਾ ਸਰਕਾਰ ਨੇ ਅੱਜ ਸਾਨੂੰ ਅਵਾਰਡਸ ਦਿੱਤੇ ਸੀਗੇ, ਉਹਨਾਂ ਦੇ ਲਈ ਆ ਸਾਨੂੰ ਸਨਮਾਨਿਤ ਕਰਨ ਵਾਸਤੇ ਇੱਥੇ ਬੁਲਾਇਆ ਗਿਆ ਵਾ। ਇਹ ਸਿਰਫ ਔਰ ਸਿਰਫ ਇਹਨਾਂ ਨੂੰ ਮੈਂ ਇਸ ਗੱਲ ਦਾ ਵੀ ਕਹਾਂਗਾ ਕਿ ਅਗਰ ਸਰਕਾਰ ਜਿਹੜੇ ਅਵਾਰਡੀਜ਼ ਨੇ ਉਹਨਾਂ ਨੂੰ ਪ੍ਰੋਤਸਾਹਿਤ ਕਰਦੀ ਹੈ ਤਾਂ ਇਹਨਾਂ ਦੇ ਵਰਗੇ ਲੋਕ ਵੀ ਜਿਹੜੇ ਅੱਗੇ ਆ ਕੇ ਪ੍ਰੋਤਸਾਹਿਤ ਕਰਦੇ ਨੇ, ਤਾਂ ਕਿ ਦੇਸ਼ ਦਾ ਨਾਮ ਆ ਜਿਹੜਾ ਉਹ ਹਰ ਟਾਈਮ ਅੱਗੇ ਆਉਂਦਾ ਰਹੇ। ਤੇ ਮੈਂ ਇੱਕ ਮੈਸੇਜ ਵੀ ਸਾਰਿਆਂ ਨੂੰ ਦਊਂਗਾ, ਪੂਰੀ ਕੰਟਰੀ ਨੂੰ, ਕਿ ਜਿੱਦਾਂ ਪਹਿਲਾਂ ਮੈਂ ਨਾਮ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੀ ਕੰਟਰੀ ਦਾ, ਅੱਗੇ ਵੀ ਮੈਂ ਨਾਮ ਕਰਨ ਦੀ ਕੋਸ਼ਿਸ਼ ਕਰਾਂਗਾ। ਸੈਂਟਰਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਪਦਾਧਿਕਾਰੀਆਂ ਦਾ, ਸਾਰੇ ਸਦੱਸਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਅੱਜ ਡਿਸਟ੍ਰਿਕਟ ਅਵਾਰਡੀਆਂ ਨੂੰ ਉਰੇ ਬੁਲਾ ਕੇ ਸਨਮਾਨਿਤ ਕੀਤਾ। ਜਿਨ੍ਹਾਂ ਵੀ ਸਮਾਜ ਦੇ ਵਿੱਚ ਕੋਈ ਵੀ ਕੁਰੀਤੀਆਂ ਨੇ ਉਹ ਖਤਮ ਕਰਨ ਦੇ ਲਈ, ਸਮਾਜ ਦੇ ਵਿੱਚ ਸਮਾਜਿਕ ਕਾਰਜ ਕਰਨ ਦੇ ਲਈ ਅਸੀਂ ਮੁਹਿੰਮ ਚਲਾਉਂਦੇ ਰਹਿੰਦੇ ਹਾਂ। ਔਰ ਮੈਨੂੰ ਇਹ ਅਵਾਰਡ ਜਿਹੜਾ ਮਿਲਿਆ ਉਹ ਕਰੋਨਾ ਦੇ ਦੌਰਾਨ ਘਰ ਘਰ ਵਿਡੋਜ਼ ਦੇ ਰਾਸ਼ਨ ਪਹੁੰਚਾਉਣ ਦੇ ਉਪਰਾਲੇ ਕਰਕੇ ਮਿਲਿਆ। ਔਰ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਸਮਾਜ ਦੇ ਵਿੱਚ ਕੋਈ ਨਾ ਕੋਈ ਖੇਤਰ ਦੇ ਵਿੱਚ ਭਲਾਈ ਦੇ ਕੰਮ ਕਰਦੇ ਰਹਿਣ, ਤਾਂ ਕਿ ਸਮਾਜ ਦੇ ਵੀ ਉੱਨਤੀ ਦੇ ਲਈ ਆਪਾਂ ਇਹ ਕਾਰਜ ਕਰਦੇ ਰਹੀਏ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਪੰਜਾਬ ਦੇ ਵਿੱਚ 40 ਵੱਖ-ਵੱਖ ਥਾਵਾਂ ਤੇ FCI ਦੇ ਗੋਦਾਮਾਂ ਵਿੱਚ CBI ਦੇ ਵੱਲੋਂ ਰੇਡ। ਖੰਨਾ ਤੇ ਜਗਰਾਉਂ ਦੇ ਵਿੱਚ ਵੀ ਕੀਤੀ ਗਈ ਛਾਪੇਮਾਰੀ। ਰਾਈਸ ਮਿਲਸ ਦੇ ਵੱਲੋਂ ਲਗਾਏ ਗਏ ਚਾਵਲਾਂ ਦੇ ਲਏ ਗਏ ਸੈਂਪਲ। ਪੈਰਾਮਿਲਟਰੀ ਫੋਰਸ ਸਮੇਤ ਕੀਤੀ ਗਈ ਕਾਰਵਾਈ। ਨਗਰ ਕੌਂਸਲ ਚੋਣਾਂ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀ। ਰਾਏਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਖਿੱਚੀ ਤਿਆਰੀ। ਨਗਰ ਨਿਗਮ ਚੋਣਾਂ ਦੇ ਲਈ ਉਮੀਦਵਾਰਾਂ ਦਾ ਐਲਾਨ। ਕੇਂਦਰੀ ਬਜਟ ਤੋਂ ਕੀ ਨੇ ਸਾਈਕਲ ਉਦਯੋਗ ਨੂੰ ਉਮੀਦਾਂ। ਲੁਧਿਆਣਾ ਯੂਨਾਈਟਿਡ ਸਾਈਕਲ ਐਸੋਸੀਏਸ਼ਨ ਨੇ ਦੱਸੀਆਂ ਮੁਸ਼ਕਿਲਾਂ। ਐਸੋਸੀਏਸ਼ਨ ਪ੍ਰਧਾਨ DS ਚਾਵਲਾ ਦੇ ਨਾਲ ਖਾਸ ਗੱਲਬਾਤ। ਗਣਤੰਤਰ ਦਿਵਸ ਨੂੰ ਸਮਰਪਿਤ ਸਰਕਾਰੀ ਸਕੂਲ ਵਿੱਚ ਕਰਵਾਇਆ ਸਮਾਗਮ। ਬੱਚਿਆਂ ਨੂੰ ਵੰਡੇ ਗਏ ਗਰਮ ਕੱਪੜੇ। ਵਿਧਾਇਕ ਰਾਕੇਸ਼ ਪਾਂਡੇ ਸਮਾਗਮ ਵਿੱਚ ਹੋਏ ਸ਼ਾਮਿਲ। ਬੱਚਿਆਂ ਨੇ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ। ਤੇ ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ news@fastway.in। ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।